ਸਾਡੇ ਜਿਹੜੀ ਬਹੁਤੀ ਖੇਤੀਬਾੜੀ ਆ ਨਾ ਉਹ ਜਿਹੜੇ ਹਿੰਮਤੀ ਲੋਕ ਆ ਉਦਮੀ ਲੋਕ ਆ ਉਹ ਠੇਕੇ ਤੇ ਜ਼ਮੀਨ ਲੈ ਕੇ ਕਰਨ ਆ। ਜਿਹੜੇ ਸੌਖੇ ਜ਼ਿਮੀਂਦਾਰ ਆ ਉਹ ਆਪ ਬਾਈ ਨਹੀਂ ਕਰਦੇ, ਬਹੁਤੇ ਲੋਕ ਜਿਹੜੇ ਠੇਕੇ ਤੇ ਲੈ ਕਰਨ ਡਏ ਆ। ਤੇ ਠੇਕਾ ਵੀ ਜਿਹੜਾ ਵਾ ਅੱਜ ਕੱਲ੍ਹ ਸਮਾਨ ਛੂਣ ਡਿਆ ਵਾ 60 ਤੋਂ ਲੈ ਕੇ 70,000 ਰੁਪਈਆ ਉਹ ਕਿੱਲੇ ਦਾ ਜਿਹੜਾ ਵਾ ਉਹ ਠੇਕਾ ਹੈਗਾ। ਬਿਲਕੁਲ, ਜਿੱਧਰ ਸਬਜ਼ੀਆਂ ਹੁੰਦੀਆਂ ਉਧਰ ਤੇ ਹੋਰ ਵੀ ਜ਼ਿਆਦਾ ਮਿਲਦਾ ਵਾ। ਗੌਰਮੈਂਟ ਤੇ ਜਿਹੜੇ ਸਾਡੇ ਸਹਿੰਦੇ ਭਾਈਚਾਰਾ ਹੈਗਾ ਵਾ ਪੰਜਾਬੀ ਲੋਕ ਜਿਹੜੇ ਆ ਇਹਨਾਂ ਨੂੰ ਹੁਣ ਮੈਂ ਸਮਝਦਾ ਮੈਦਾਨ 'ਚ ਨਿਤਰਨਾ ਚਾਹੀਦਾ ਵਾ ਵੀ ਜਿਹੜਾ ਇਹਨਾਂ ਦਸਵੰਧ ਜਾਂ ਦਾਨ ਦੇਣਾ ਵਾ ਉਹ ਇਹਨਾਂ ਇਲਾਕਿਆਂ 'ਚ ਜਾ ਕੇ ਤੇ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ। ਕੁਝ ਸੰਸਥਾਵਾਂ ਕਰ ਵੀ ਰਹੀਆਂ ਜਿਸ ਤਰ੍ਹਾਂ ਖਾਲਸਾ ਏਡ ਵਾਲੇ ਜਾਂ ਆਪਣੇ ਬਾਬਾ ਸੁੱਖਾ ਸਿੰਘ ਸਰਿਆਲੀ ਸਾਹਿਬ ਵਾਲੇ, ਆਪਣਾ ਸੰਤ ਬਲਬੀਰ ਸਿੰਘ ਸੀਚੇਵਾਲ, ਇਹਨਾਂ ਦੀ ਇਹਨਾਂ ਹੜ੍ਹਾਂ ਦੇ ਵਿੱਚ ਜਿਹੜੀ ਦੇਣ ਆ ਨਾ ਕਾਰਗੁਜ਼ਾਰੀ ਆ ਲਾਜਵਾਬ ਆ, ਇਤਿਹਾਸਕ ਆ। ਸੰਤ ਸੀਚੇਵਾਲ ਨੂੰ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਵੀ ਆ, ਮੈਂ ਖੁਦ ਵੇਖਿਆ ਕਿ ਬੋਰੀਆਂ ਚੁੱਕ ਕੇ ਉਹ ਜਿਹੜਾ ਤੁਸੀਂ ਦਾ ਜਿਹੜਾ ਪਾੜ ਸੀ ਉਹ ਪੂਰਦਾ ਸੀ। ਇਸੇ ਤਰ੍ਹਾਂ ਜਿਹੜਾ ਬਾਬਾ ਸੁੱਖਾ ਸਿੰਘ ਸਰਿਆਲੀ ਸਾਹਿਬ ਵਾਲੇ ਆ ਇਹਨਾਂ ਨੇ ਵੀ ਆਪਣੇ ਜਿਹੜੀ ਸਾਧ ਸੰਗਤ ਆ ਜਿਹੜੀ ਇਹਨਾਂ ਦੇ ਪੈਰੋਕਾਰ ਆ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਵੀ ਬੜੇ ਲੰਮੇ ਜਿਹੜੇ ਪਾੜ ਸੀ ਉਹ ਪੂਰੇ ਆ। ਇਸ ਵੇਲੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਆਪਣੇ ਫਾਲਤੂ ਖਰਚੇ ਛੱਡ ਕੇ ਜਿੰਨੀ ਵੱਧ ਤੋਂ ਵੱਧ ਇਹਨਾਂ ਕਿਸਾਨਾਂ ਦੀ ਇਹਨਾਂ ਲਾਰੇ ਦੇ ਬੜੇ ਲਾਏ ਆ ਵੀ ਅਸੀਂ 15,000 ਰੁਪਏ ਏਕੜ ਦੇਵਾਂਗੇ। ਭਗਵੰਤ ਮਾਨ ਨੇ ਤੇ ਇੱਥੋਂ ਤੱਕ ਵੀ ਫੌੜ ਮਾਰ ਦਿੱਤਾ ਵਾ ਕਿ ਜਿਹੜੀ ਬੱਕਰੀ ਮਰ ਗਈ ਬੱਕਰੀ ਦੇ ਪੈਸੇ ਦੇਵਾਂਗੇ, ਜਿਹੜੀ ਕੁਕੜੀ ਮਰ ਗਈ ਇਹਨੂੰ ਕੁਕੜੀ ਦੇ ਪੈਸੇ ਦੇਵਾਂਗੇ। ਤੇ ਆਪ ਸ਼੍ਰੀਮਾਨ ਜੀ ਹੈਲੀਕਾਪਟਰ ਥੱਲੇ ਉਤਰ ਨਹੀਂ ਡਿਆ ਵੈਸੇ ਆਪ ਸਾਰੀ ਸੁਪਰਵਾਈਜ਼ਰ ਕਰੇ ਫੰਡਸ ਲੈ ਕੇ ਇੱਥੇ ਪਹੁੰਚਣ, ਫੰਡ ਲੈ ਕੇ ਪਹੁੰਚੇ। ਇਹ ਉਲਟਾ ਹੁਣ ਛੱਤੀਸਗੜ੍ਹ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਆਗਾਮੀ ਜਿਹੜੀ ਇਲੈਕਸ਼ਨ ਉਹਦੇ ਵਾਸਤੇ ਪੰਜਾਬ ਚੋਂ ਪੈਸੇ ਕੱਢ ਕੇ ਉਧਰ ਲੈ ਕੇ ਜਾ ਰਹੇ ਆ, ਸਰਕਾਰੀ ਖਰਚੇ ਜਾ ਰਿਹਾ। ਪੰਜਾਬ ਤੇ ਅੱਗੇ ਵਿਚਾਰਾ ਕਰਜ਼ਾਈ ਆ ਹਾਂਜੀ, ਪੰਜਾਬ ਤੇ ਅੱਗੇ ਕਰਜ਼ੇ ਥੱਲੇ ਦੱਬਿਆ ਵਾ ਤੇ ਇਸ ਕਰਕੇ ਪੰਜਾਬ ਨੂੰ ਕੋਈ ਥੋੜਾ ਜਿਹਾ ਸੌਖਾ ਸਾਹ ਦੇਣ ਦੀ ਬਜਾਏ ਉਹ ਜਿਹੜੇ ਥੋੜੇ ਬਹੁਤੇ ਸਾਹ ਵਾ ਉਹ ਵੀ ਖਿੱਚੀ ਜਾਣ ਡਿਆ ਵਾ। ਤੇ ਪਰ ਉਹ ਵੇਖ ਲਿਓ ਇਸ ਤਰ੍ਹਾਂ ਸਫਲਤਾ ਹਾਸਲ ਨਹੀਂ ਹੋਣੀ। ਜਿਹੜੀ ਲੋਕਾਂ ਦੀਆਂ ਬਦਦੁਆਵਾਂ ਹੁੰਦੀਆਂ ਨਾ ਉਹ ਵੀ ਕੁਝ ਨਾ ਕੁਝ ਅਸਰ ਕਰਦੀਆਂ ਵਾ। ਤੇ ਇਸ ਕਰਕੇ ਇਹਨੂੰ ਚਾਹੀਦਾ ਵਾ ਕਿ ਦਿੱਲੀ ਦੇ ਸੌਖਾ ਰਾਜ ਆ, ਉਹਦੇ ਕੋਲ ਪੈਸੇ ਵੀ ਚਾਰ ਹੈਗੇ ਆ, ਉਹ ਆਪਣੇ ਹੈਲਪ ਲੈ ਕੇ ਪੰਜਾਬ 'ਚ ਆਵੇ ਇਸ ਦੀ ਬਜਾਏ ਕਿ ਪੰਜਾਬ ਦਾ ਜਿਹੜਾ ਵਾ ਉਹ ਖਜ਼ਾਨਾ ਆਪਣੇ ਹਿੱਤਾਂ ਵਾਸਤੇ ਵਰਤੇ। ਪਿਛੇ ਜੇ ਟਮਾਟਰ 200 ਰੁਪਏ ਕਿਲੋ ਤੱਕ ਪਹੁੰਚ ਗਿਆ ਸੀ ਤੇ ਮੈਂ ਨਾ ਆਮ ਬੰਦੇ ਨੇ ਕੀ ਚੰਗੇ ਲੋਕਾਂ ਨੇ ਵੀ ਟਮਾਟਰ ਖਾਣੇ ਜਿਹੜੇ ਬੰਦ ਕਰ ਦਿੱਤੇ। ਬਿਲਕੁਲ ਇੱਥੇ ਜਿਹੜੀਆਂ ਬੜੀਆਂ ਬਾਹਰ ਦੀਆਂ ਕੰਪਨੀਆਂ ਇੱਥੇ ਸਬਵੇ ਜਾਂ ਹੋ ਰਿਹਾ ਉਹਨਾਂ ਨੇ ਆਪਣੇ 버ਗਰ ਦੇ ਵਿੱਚ ਟਮਾਟਰ ਪਾਉਣਾ ਬੰਦ ਕਰਤਾ ਸੀ, ਲਿਖ ਕੇ ਲਾ ਦਿੱਤਾ ਸੀਗਾ ਕਿ ਟਮਾਟਰ ਨਹੀਂ ਮਿਲੇਗਾ, ਟਮਾਟਰ ਨਹੀਂ ਮਿਲੇਗਾ। ਇਹ ਜਿਹੜੇ ਸਾਡੇ ਵੱਡੇ ਕਾਰਪੋਰੇਟ ਹਾਊਸ ਆ ਨਾ ਜਿਸ ਤਰ੍ਹਾਂ ਅਡਾਨੀ ਅੰਬਾਨੀ ਹੈਗੇ ਆ ਉਹ ਇੱਕਦਮ ਸਟੋਰ ਕਰ ਲੈਂਦੇ ਆ। ਉਹ ਸਟੋਰ ਕਰਕੇ ਮਾਰਕੀਟ ਦੇ ਵਿੱਚ ਇਸ ਚੀਜ਼ ਦੀ ਘਾਟ ਪੈਦਾ ਕਰ ਦਿੰਦੇ ਆ। ਉਹ ਇੰਨੀ ਘਾਟ ਜਦੋਂ ਪੈਦਾ ਹੋ ਜਾਂਦੀ ਤੇ ਫਿਰ ਆਪਣੇ ਆਪ ਕੀਮਤਾਂ ਜਿਹੜੀਆਂ ਉਹ ਵੱਧ ਜਾਂਦੀਆਂ। ਤੇ ਜਿਹੜਾ ਉਹਨਾਂ ਨੇ 10 ਰੁਪਏ ਕਿਲੋ ਟਮਾਟਰ ਲਿਆ ਹੁੰਦਾ ਵਾ ਉਹਨਾਂ ਦਾ 150 ਰੁਪਏ ਕਿਲੋ ਜਦੋਂ ਵਿਕਦਾ ਵਾ ਹਾਂਜੀ। ਤੇ ਉਹ ਫਿਰ ਇਹ ਵੀ ਇੱਕ ਫੈਕਟਰ ਬੜਾ ਵੱਡਾ ਕੰਮ ਹੈ ਜਿੱਥੇ ਕਿ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਤੇ ਕੁੰਡਾ ਲਾਉਣ। ਸੋ ਸਾਡੇ ਨਾਲ ਅੱਜ ਬ੍ਰੇਕਫਾਸਟ ਸ਼ੋਅ ਦੇ ਵਿੱਚ ਗੈਸਟ ਨੇ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਅਣਖੀ ਜਿਹੜੇ ਕਿ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਵੀ ਨੇ ਤੇ ਉੱਦਾਂ ਵੀ ਵੱਖ-ਵੱਖ ਮਾਮਲਿਆਂ ਦੀ ਚੰਗੀ ਸਮਝ ਰੱਖਦੇ ਨੇ। ਅਣਖੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ ਜੀ ਬ੍ਰੇਕਫਾਸਟ ਸ਼ੋਅ ਦੇ। ਧੰਨਵਾਦ ਜੀ। ਅਣਖੀ ਸਾਹਿਬ ਸਭ ਤੋਂ ਪਹਿਲਾਂ ਤਾਂ ਇੱਕ ਬੜੀ ਜਿਹੜੀ ਅਹਿਮ ਗੱਲ ਆ ਕਿ ਹੜ੍ਹਾਂ ਨੇ ਬਹੁਤ ਤਬਾਹੀ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਕੀਤੀ ਹੋਈ ਆ ਤੇ ਖਾਸ ਤੌਰ ਦੇ ਉੱਤੇ ਗੱਲ ਕਰੀਏ ਪੰਜਾਬ ਜਾਣਿਆ ਜਾਂਦਾ ਹਰੀਆਂ ਭਰੀਆਂ ਫਸਲਾਂ ਵਾਸਤੇ, ਪਰ ਇਸ ਵੇਲੇ ਦਰਿਆਵਾਂ ਨੇ ਭਾਲ ਤੇ ਰੇਤ ਜਿਹੜੀ ਆ ਉਹ ਜ਼ਮੀਨਾਂ ਦੇ ਵਿੱਚ ਖਿਲਾਰ ਦਿੱਤੀ ਆ। ਮੈਂ ਫਿਰੋਜ਼ਪੁਰ ਏਰੀਏ ਦੇ ਵਿੱਚ ਗਿਆ ਸੀਗਾ, ਹਰੀਕੇ ਵਾਲੇ ਪਾਸੇ ਗਿਆ ਸੀਗਾ। ਕਿਸਾਨ ਬਹੁਤ ਪਰੇਸ਼ਾਨ ਹੈ ਇਸ ਵੇਲੇ, ਕਹਿੰਦੇ ਆ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਹੁਣ ਕਿਵੇਂ ਅਸੀਂ ਆਪਣਾ ਕਰਜ਼ਾ ਜਿਹੜਾ ਪਹਿਲਾਂ ਹੀ ਬਹੁਤ ਕਿਸਾਨਾਂ ਦੇ ਸਿਰ ਕਰਜ਼ਾ ਆ ਉਹ ਲਾਵਾਂਗੇ, ਆਪਣੇ ਬੱਚੇ ਕਿਵੇਂ ਪਾਲਾਂਗੇ ਤੇ ਕਿਵੇਂ ਸਰਵਾਈਵ ਜਿਹੜਾ ਆ ਉਹ ਕਰਾਂਗੇ। ਤੇ ਕੋਈ ਵੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਦੀ ਆਸ ਜਿਹੜੀ ਆ ਉਹ ਰੱਖਣੀ ਵੀ ਮੈਂ ਸਮਝਦਾ ਕਿ ਗਲਤਫਹਿਮੀ ਹੋਏਗੀ। ਗਿੱਲ ਸਾਹਿਬ ਇਹ ਜਿਹੜੇ ਹੜ੍ਹ ਆ ਨਾ ਜੀ ਇਹ ਕੁਦਰਤੀ ਵਰਤਾਰਾ ਵਾ ਜੀ। ਉਸ ਵਿੱਚ ਜਿਹੜੀ ਮਨੁੱਖ ਦੀ ਇਸ ਵੇਲੇ ਕਾਰਪੋਰੇਟ ਸੈਕਟਰ ਦੀ ਦੌੜ ਆ ਜੀ ਉਹ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਆ ਜੀ। ਤੇ ਜਿਹੜੀ ਸਰਕਾਰਾਂ ਦੀ ਇਹਨਾਂ ਲੋਕ ਮਸਲਿਆਂ ਪ੍ਰਤੀ ਜਿਹੜੀ ਲਾਪਰਵਾਹੀ ਆ ਨਜ਼ਰਅੰਦਾਜ਼ੀ ਆ ਜੀ ਉਹ ਵੀ ਇੱਕ ਕਾਰਨ ਵੱਡਾ ਵਾ। ਆਪਣੇ ਪੰਜਾਬ ਦੇ ਵਿੱਚ ਜਦੋਂ ਅਸੀਂ ਹੋਸ਼ ਸੰਭਾਲੀ ਸੀ ਜੀ ਤੇ 1955 ਦੀ ਹੜ੍ਹਾਂ ਦੀ ਬਾਤ ਲੋਕੀ ਬੜੀ ਕਰਦੇ ਹੁੰਦੇ ਸੀ
ਕਿ ਬੜੇ ਭਿਆਨਕ ਹੜ੍ਹ ਆਏ ਸੀ ਜੀ। ਉਦੋਂ ਤੇ ਅੰਮ੍ਰਿਤਸਰ ਵਿੱਚ ਵੀ ਪਾਣੀ ਜਿਹੜਾ ਸੀ ਦਾਖਲ ਹੋ ਗਿਆ ਸੀ, ਯਾਨੀ ਕਿ ਕੰਪਨੀ ਬਾਗ ਦੇ ਵਿੱਚ ਵੀ ਉਦੋਂ ਕਹਿੰਦੇ ਆ ਵੀ ਗਿੱਟੇ ਗਿੱਟੇ ਤੋਂ ਪਾਣੀ ਵੱਧ ਸੀ, ਇਹਨਾਂ ਮਤਲਬ ਕਿ ਉਹ ਭਿਆਨਕ ਹੜ੍ਹ ਸੀ। ਉਦੋਂ ਕਾਰਨ ਇਹ ਸੀ ਦੇਸ਼ ਨਵਾਂ ਆਜ਼ਾਦ ਹੋਇਆ ਸੀ, ਅਜੇ ਸਾਧਨ ਵੀ ਨਹੀਂ ਹੈਗੇ ਜੀ, ਤੇ ਬਹੁਤੀਆਂ ਸਮੱਸਿਆਵਾਂ ਦਾ ਵੀ ਪਤਾ ਨਹੀਂ। ਪਰ ਉਦੋਂ ਆਪਾਂ ਇਹ ਕਹਿ ਸਕਦੇ ਹਾਂ, ਪੱਕੇ ਪੈਰੀਂ ਕਹਿ ਸਕਦੇ ਹਾਂ ਵੀ ਉਦੋਂ ਜਿਹੜੇ ਰਾਜਨੀਤੀਵਾਨ ਸੀ ਨਾ, ਉਹ ਲੋਕਾਂ ਪ੍ਰਤੀ ਸੁਹਿਰਦੀ ਸੀ ਜੀ। ਉਦੋਂ ਇੰਨੀ ਆਪਾ ਧਾਪੀ ਨਹੀਂ ਸੀ ਪਈ ਤੇ ਨਾ ਹੀ ਇੰਨੀ ਖਿੱਚ ਸੀ। ਤੇ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ। 1955 ਤੋਂ ਬਾਅਦ ਫਿਰ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਜਿਹੜੀ ਡਰੇਨਾਂ ਸੀ ਉਹਨਾਂ ਦੀ ਖੁਦਾਈ ਕਰਵਾਈ ਸੀ ਤੇ ਦਰਿਆਵਾਂ ਦੇ ਬੰਨ੍ਹ ਜਿਹੜੇ ਸੀ ਉਹ ਪੱਕੇ ਕੀਤੇ ਸੀ। ਹੁਣ ਪੰਜਾਬ ਚੋਂ ਆਪਾਂ ਕਹਿ ਸਕਦੇ 3 ਦਰਿਆ ਮੁੱਖ ਤੌਰ ਤੇ ਲੰਘਦੇ ਆ, ਰਾਵੀ, ਬਿਆਸ ਤੇ ਸਤਲੁਜ। ਜਿਹੜੀ ਰਾਵੀ ਆ ਇਹ ਮਾਰ ਕਰਦੀ ਆ ਡੇਰਾ ਬਾਬਾ ਨਾਨਕ, ਅਜਨਾਲਾ ਜੀ, ਹਾਂਜੀ, ਇਸ ਖੇਤਰ ਨੂੰ ਮਾਰ ਕਰਦੀ ਆ। ਤੇ ਜਿਹੜਾ ਆਪਣਾ ਬਿਆਸ ਆ ਇਹ ਇੱਥੋਂ ਸ਼ੁਰੂ ਕਰਦੀ ਆ ਆਪਾਂ ਗੋਂਦਵਾਲ ਸਾਹਿਬ ਤੋਂ ਲੈ ਕੇ ਹਰੀਕੇ, ਮੁੰਡਾ ਪਿੰਡ, ਗਾਂ ਸਭਰਾ, ਤੇ ਸਤਲੁਜ ਵੀ ਜਿਹੜਾ ਵਾ ਉਹ ਜਦੋਂ ਆਣ ਕੇ ਮਿਲਦਾ ਵਾ ਆਪਣੇ ਬਿਆਸ ਦੇ ਵਿੱਚ, ਇਹ ਜਲੰਧਰ ਜ਼ਿਲ੍ਹੇ ਨੂੰ ਕਾਫੀ ਜਿਹੜੀ ਆ ਇਹ ਮਾਰ ਕਰਦਾ ਵਾ। ਬਿਲਕੁਲ। ਹੁਣ ਆਪਾਂ ਖਬਰਾਂ ਪੜ੍ਹਦੇ ਰਹਿੰਦੇ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਸਕੈਮ ਆ ਨਾ, ਘੁਟਾਲਾ ਇਸ ਮਹਿਕਮੇ ਵਿੱਚ ਹੋਇਆ ਵਾ। ਆ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਆ 10,000 ਕਰੋੜ ਦਾ, ਉਹ ਜਿਹੜਾ ਮਿਸਟਰ ਭਾਪਾ ਵਾ ਉਹਦਾ ਨਾਂ ਲਈਦਾ ਵਾ। ਤੇ ਉਹਦੇ ਵਿੱਚ ਬੜੇ ਬੜੇ ਵੱਡੇ ਅਫਸਰ ਤੇ ਬੜੇ ਬੜੇ ਮੰਤਰੀਆਂ ਦਾ ਨਾਂ ਆਉਂਦਾ ਆ, ਪਰ ਕਿਉਂਕਿ ਅਫਸਰਾਂ ਦੇ ਮੰਤਰੀਆਂ ਦਾ ਨਾਂ ਆਉਂਦਾ ਆ, ਇਸ ਕਰਕੇ ਉਹ ਘੁਟਾਲੇ ਦੀਆਂ ਕਿਸੇ ਨੇ ਪੜਤਾ ਨਹੀਂ ਫੁੱਲੀਆਂ। ਉਹ ਸਿਰਫ ਇੱਕ ਅਖਬਾਰੀ ਖਬਰ ਬਣ ਕੇ ਰਹਿ ਗਈ ਆ। ਉਹਦੇ ਵਿੱਚ ਕੀ ਹੁੰਦਾ ਵਾ ਵੀ ਇਹ ਲੋਕ ਸ਼ੋਅ ਕਰ ਦਿੰਦੇ ਆ, ਵੇਖੋ ਜੀ ਇਹ ਬੰਨ ਤੇ ਇੰਨੀ ਮਿੱਟੀ ਪਾਤੀ, ਰੁੜ ਗਈ, ਇਹ ਨਹਿਰ ਨੂੰ ਇੰਨਾ ਪੁੱਟ ਦਿੱਤਾ, ਫਿਰ ਭਾਲ ਪੈ ਗਈ। ਮਤਲਬ ਇਸ ਮਹਿਕਮੇ 'ਚ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਜਿਹੜਾ ਵਾ ਨਾ, ਉਹ ਇਸ ਮਹਿਕਮੇ 'ਚ ਕਾਂਡ ਹੋਇਆ ਵਾ, ਜਿਹਦਾ ਸਿੱਟਾ ਇਹ ਆ ਕਿ ਅੱਜ ਗਰੀਬ ਪੰਜਾਬ ਦੇ ਜਿਹੜੇ ਕਿਸਾਨ ਆ ਤੇ ਗਰੀਬ ਜਨਤਾ ਜਿਹੜੀ ਆ ਉਹ ਇਸਦਾ ਇਹ ਅਫਜ਼ਾਨਾ ਭੁਗਤ ਰਹੇ ਆ। ਅਫਜ਼ਾਨਾ ਕਾਹਦਾ ਭੁਗਤ ਰਹੇ ਆ? ਉਹ ਕਸ਼ਟ ਝੱਲਣ ਡਏ ਆ। ਜੀ ਜੀ ਜੀ, ਬਿਲਕੁਲ। ਹੁਣ ਆਪਾਂ ਵੇਖਣ ਡਏ ਆ ਵੀ ਸਾਡੀ ਜਿਹੜੀ ਬਹੁਤੀ ਖੇਤੀਬਾੜੀ ਆ ਨਾ, ਉਹ ਜਿਹੜੇ ਹਿੰਮਤੀ ਲੋਕ ਆ, ਉਦਮੀ ਲੋਕ ਆ, ਉਹ ਠੇਕੇ ਤੇ ਜ਼ਮੀਨ ਲੈ ਕੇ ਕਰਨ ਡਏ ਆ। ਜਿਹੜੇ ਸੌਖੇ ਜ਼ਿਮੀਂਦਾਰ ਆ ਉਹ ਆਪ ਵਾਈ ਨਹੀਂ ਕਰਦੇ, ਬਹੁਤੇ ਲੋਕ ਜਿਹੜੇ ਠੇਕੇ ਤੇ ਲੈ ਕੇ ਕਰਨ ਡਏ ਆ। ਤੇ ਠੇਕਾ ਵੀ ਜਿਹੜਾ ਵਾ ਅੱਜ ਕੱਲ ਸਮਾਨ ਛੂਣ ਡਿਆ ਵਾ, 60 ਤੋਂ ਲੈ ਕੇ 70,000 ਰੁਪਇਆ ਉਹ ਕਿੱਲੇ ਦਾ ਜਿਹੜਾ ਵਾ ਉਹ ਠੇਕਾ ਹੈਗਾ। ਬਿਲਕੁਲ, ਜਿੱਧਰ ਸਬਜ਼ੀਆਂ ਹੁੰਦੀਆਂ ਉਧਰ ਤੇ ਹੋਰ ਵੀ ਜ਼ਿਆਦਾ ਮਿਲਦਾ ਵਾ। ਹੁਣ ਜਿਸ ਕਿਸਾਨ ਨੇ, ਕਿਸਾਨ ਆਪਾਂ ਕੀ ਕਹਿ ਸਕਦੇ ਆ, ਹਿਮਾਤੜੀ ਆਪਾਂ ਕਹਿ ਸਕਦੇ ਆ, ਜੇ ਹਿਮਾਤੜ ਨੇ ਠੇਕੇ ਤੇ ਜ਼ਮੀਨ ਏਡੀ ਮਹਿੰਗੀ ਲਈ ਆ ਤੇ ਉਹਦੀ ਫਸਲ ਉੱਜੜ ਜਾਵੇ ਤੇ ਉਹਦਾ ਲੱਕ ਟੁੱਟ ਜਾਂਦਾ। ਬਿਲਕੁਲ, ਅੱਜ ਕੱਲ ਇਦਾਂ ਵਾ ਅੰਕੀ ਸਾਹਿਬ ਕਿ 2-3 ਜਾਣੇ ਰਲ ਕੇ ਲੈ ਲੈਂਦੇ ਆ ਜ਼ਮੀਨ, ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਕਿ ਚਲੋ ਠੇਕੇ ਤੇ ਲੈ ਕੇ ਥੋੜੀ ਬਹੁਤੀ ਕਮਾਈ ਹੋ ਜਾਏਗੀ, ਕਮਾਈ ਹੋ ਜਾਊਗੀ। ਹਾਂ, ਇਹਨਾਂ ਆਪਾਂ ਕਹਿ ਸਕਦੇ ਆ ਵੀ ਜੇ ਕੁਦਰਤ ਮਿਹਰਬਾਨ ਰਵੇ, ਹਾਲਾਤ ਠੀਕ ਰਹਿਣ, ਮੰਡੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਫਸਲ ਆ ਸਹੀ ਢੰਗ ਨਾਲ ਵਿਕ ਜਾਵੇ, ਤੇ ਆਪਾਂ ਕਹਿ ਸਕਦੇ ਆ ਵੀ ਇੱਕ ਫਸਲ ਜਿਹੜੀ ਆ ਉਹਨਾਂ ਦਾ ਠੇਕਾ ਪੂਰਾ ਕਰ ਦਿੰਦੀ ਆ, ਤੇ ਦੂਸਰੀ ਫਸਲ ਜਿਹੜੀ ਆ ਕਣਕ ਝੋਨਾ ਹੀ ਆਪਣੇ ਵੀ ਜੇ ਆਪਾਂ ਕਹਿ ਸਕਦੇ ਵੀ ਜੇ ਝੋਨੇ ਨੇ ਉਹਨਾਂ ਦਾ ਠੇਕਾ ਪੂਰਾ ਕਰ ਦਿੱਤਾ, ਤੇ ਜਿਹੜੀ ਕਣਕ ਆ ਉਹ ਉਹਨਾਂ ਦੇ ਪਰਿਵਾਰ ਦੇ ਦਰਗੁਜ਼ਰ ਵਾਸਤੇ ਜਿਹੜਾ ਵਾ ਇੰਨੇ ਕੁ ਸਾਧਨ ਜਿਹੜੀ ਆ ਉਹ ਪੈਦਾ ਕਰ ਦਿੰਦੀ ਆ। ਜੀ ਜੀ। ਹੁਣ ਮਹਿੰਗੇ ਭਾਅ ਦੀਆਂ ਪਨੀਰੀਆਂ, ਮਹਿੰਗੇ ਭਾਅ ਦੀਆਂ ਖਾਦਾਂ, ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਲੋਕਾਂ ਝੋਨਾ ਜਿਹੜਾ ਸੀ ਉਹ ਲਾਇਆ ਸੀ। ਤੇ ਇਹ ਜਿਹੜੇ ਹੜ੍ਹ ਆਏ ਆ, ਖਾਸ ਤੌਰ ਤੇ ਜੇ ਆਪਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਹੀ ਕਰੀਏ ਤੇ ਮੁੰਡੇ ਪਿੰਡ, ਗੋਂਦਵਾਲ ਸਾਹਿਬ ਤੋਂ ਲੈ ਕੇ ਆ ਜਿਹੜਾ ਜੌਲ ਢਾਏ ਵਾਲਾ, ਘੜਕਾ, ਚੰਬਾ, ਚੋਲਾ ਸਾਹਿਬ ਦਾ ਇਲਾਕਾ, ਗਾ ਹਰੀਕੇ ਇਲਾਕਾ, ਜੇ ਹਰੀਕੇ ਤੋਂ ਪਾਰ ਕਰ ਦਈਏ ਤੇ ਸਭਰਾਵਾਂ ਦਾ ਇਲਾਕਾ, ਮੁੱਠਿਆਂ ਵਾਲਾ ਪਿੰਡ, ਉਹਦੀ ਬੜੀਆਂ ਖਬਰਾਂ ਆਉਂਦੀਆਂ ਵਾ। ਇਹ ਸਾਰੇ ਹੀ ਜਿਹੜੇ ਆ ਨਾ ਇਲਾਕੇ ਬੜੇ ਅਫੈਕਟਡ ਹੋਏ ਆ। ਤੇ ਇਸ ਕਰਕੇ ਉਹ ਲੋਕ ਜਿਹੜੇ ਆ ਉੱਥੇ ਦੇ ਅਖਬਾਰਾਂ 'ਚ ਜਿਹੜੀਆਂ ਆਪਾਂ ਖਬਰਾਂ ਪੜ੍ਹਨ ਡਿਆ, ਟੀਵੀ 'ਚ ਖਬਰਾਂ ਵੇਖਣ ਡਏ ਆ, ਉਹਦੇ ਵਿੱਚ ਤੇ ਲੋਕਾਂ ਦੇ ਘਰਾਂ 'ਚ 20-20 ਫੁੱਟ ਤੱਕ ਪਾਣੀ ਪਹੁੰਚ ਗਿਆ ਤੇ ਛੱਤਾਂ ਤੇ ਰਹਿ ਕੇ ਲੋਕ ਗੁਜ਼ਾਰਾ ਕਰਨ ਡਏ। ਅੱਛਾ, ਜੀ ਜੰਤ ਤੇ ਛੱਤਾਂ ਤੇ ਉਹਨਾਂ ਵਾੜ ਲਿਆ, ਡੰਗਰ ਕਿੱਥੇ ਖੜਨਗੇ? ਜੀ, ਡੰਗਰ ਡੁੱਬ ਕੇ ਮਰ ਗਏ, ਉਹਨਾਂ ਦੇ ਚਾਰਾ ਤਬਾਹ ਹੋ ਗਿਆ, ਫਸਲ ਤਬਾਹ ਹੋ ਗਈ। ਹੁਣ ਇਹ ਇੱਕ ਬੜਾ ਵੱਡਾ ਕ੍ਰਾਈਸਿਸ ਆਇਆ ਵਾ, ਜਿਸ ਕਰਕੇ ਗੌਰਮੈਂਟ ਤੇ ਜਿਹੜੇ ਸਾਡੇ ਸਹਿੰਦੇ
ਭਾਈਚਾਰਾ ਹੈਗਾ ਵਾ, ਜੀ, ਜੀ। ਪੰਜਾਬੀ ਲੋਕ ਜਿਹੜੇ ਆ ਇਹਨਾਂ ਨੂੰ ਹੁਣ ਮੈਂ ਸਮਝਦਾ ਮੈਦਾਨ 'ਚ ਨਿਤਰਨਾ ਚਾਹੀਦਾ ਵਾ ਵੀ ਜਿਹੜਾ ਇਹਨਾਂ ਦਸਵੰਧ ਜਾਂ ਦਾਨ ਦੇਣਾ ਵਾ ਉਹ ਇਹਨਾਂ ਇਲਾਕਿਆਂ 'ਚ ਜਾ ਕੇ ਤੇ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ। ਕੁਝ ਸੰਸਥਾਵਾਂ ਕਰ ਵੀ ਰਹੀਆਂ ਜਿਸ ਤਰ੍ਹਾਂ ਖਾਲਸਾ ਏਡ ਵਾਲੇ ਜਾਂ ਆਪਣੇ ਬਾਬਾ ਸੁੱਖਾ ਸਿੰਘ ਸਰਿਆਲੀ ਸਾਹਿਬ ਵਾਲੇ, ਆਪਣਾ ਸੰਤ ਬਲਬੀਰ ਸਿੰਘ ਸੀਚੇਵਾਲ, ਇਹਨਾਂ ਹੜ੍ਹਾਂ ਦੇ ਵਿੱਚ ਜਿਹੜੀ ਦੇਣ ਆ ਨਾ ਕਾਰਗੁਜ਼ਾਰੀ ਆ ਲਾਜਵਾਬ ਆ, ਇਤਿਹਾਸਕ ਆ। ਸੰਤ ਸੀਚੇਵਾਲ ਨੂੰ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਵੀ ਆ, ਮੈਂ ਖੁਦ ਵੇਖਿਆ ਕਿ ਬੋਰੀਆਂ ਚੁੱਕ ਕੇ ਉਹ ਜਿਹੜਾ ਤੁਸੀਂ ਦਾ ਜਿਹੜਾ ਪਾੜ ਸੀ ਉਹ ਪੂਰਦਾ ਸੀ। ਇਸੇ ਤਰ੍ਹਾਂ ਜਿਹੜਾ ਬਾਬਾ ਸੁੱਖਾ ਸਿੰਘ ਸਰਿਆਲੀ ਸਾਹਿਬ ਵਾਲੇ ਆ, ਇਹਨਾਂ ਨੇ ਵੀ ਆਪਣੇ ਜਿਹੜੀ ਸਾਧ ਸੰਗਤ ਆ, ਜਿਹੜੀ ਇਹਨਾਂ ਦੇ ਪੈਰੋਕਾਰ ਆ, ਉਹਨਾਂ ਨੂੰ ਨਾਲ ਲੈ ਕੇ ਇਹਨਾਂ ਵੀ ਬੜੇ ਲੰਮੇ ਜਿਹੜੇ ਪਾੜ ਸੀ ਉਹ ਪੂਰੇ ਆ। ਤੇ ਇਹ ਜਿਹੜਾ ਇਸ ਵੇਲੇ ਇਮੀਡੀਏਟ ਲੋੜ ਆ ਲੋਕਾਂ ਨੂੰ ਇੱਕ ਲੰਗਰ ਦੀ ਤੇ ਇੱਕ ਪੀਣ ਵਾਲੇ ਪਾਣੀ ਦੀ, ਤੇ ਨੰਬਰ 2 ਤੇ ਡੰਗਰਾਂ ਵਾਸਤੇ ਜਿਹੜੇ ਬਚ ਗਏ ਡੰਗਰ ਆ ਉਹਨਾਂ ਵਾਸਤੇ ਚਾਰੇ ਦੀ, ਸੁੱਕੀ ਤੂੜੀ ਹੋ ਗਈ, ਫੀਡ ਹੋ ਗਈ, ਇਹ ਸਪਲਾਈ ਜਿਹੜੀ ਆ ਉਹ ਸੀਮਤ ਹੱਦ ਤੱਕ ਕਰ ਸਕਦੇ, ਉਹ ਸਾਰੇ ਲੋਕਾਂ ਦੇ ਕਰ ਨਹੀਂ ਸਕਦੇ। ਅਣਖੀ ਸਾਹਿਬ, ਜਦੋਂ ਪਹਿਲਾਂ ਇੱਕ ਵਾਰੀ ਪਾਣੀ ਆ ਗਿਆ ਸੀਗਾ, ਹੁਣ ਕੁਝ ਚਿਰ ਪਹਿਲਾਂ ਜਦੋਂ ਆਇਆ ਸੀਗਾ, ਉਦੋਂ ਬਹੁਤ ਸਾਰੀ ਮਦਦ ਜਿਹੜੀ ਆ ਉਹ ਡੰਗਰਾਂ ਵਾਸਤੇ ਚਾਰਾ ਤੱਕ ਵੀ ਪਹੁੰਚਿਆ ਵਾ, ਪਰ ਪਿੱਛੇ ਚਾਰਾ ਵੀ ਇੰਨਾ ਨਹੀਂ ਨਾ ਹੈਗਾ, ਆਪੋ ਆਪਣੇ ਗੁਜ਼ਾਰੇ ਹੁੰਦੇ ਆਪਣੇ ਹਿਸਾਬ ਨਾਲ, ਆਪਣੇ ਪਸ਼ੂਆਂ ਦੇ ਹਿਸਾਬ ਨਾਲ ਬੀਜਿਆ ਹੁੰਦਾ ਵਾ, ਤੇ ਉਸ ਤਰੀਕੇ ਨਾਲ। ਸੋ ਇਹ ਕਾਫੀ ਇੱਕ ਗੰਭੀਰ ਇਸ ਵੇਲੇ ਪੰਜਾਬ ਦੇ ਵਿੱਚ ਸਮੱਸਿਆ ਬਣੀ ਹੋਈ ਆ ਕਿ ਜਿੱਥੇ ਲੋਕਾਂ ਨੂੰ ਖਾਣ ਪੀਣ ਵਾਸਤੇ ਕੁਛ ਚਾਹੀਦਾ, ਜਿਹੜੇ ਘਰਾਂ ਦੀਆਂ ਛੱਤਾਂ ਤੇ ਬੈਠੇ ਹੋਏ ਆ, ਉਹਦੇ ਨਾਲ ਜਿਹੜੇ ਪਸ਼ੂ ਆ ਉਹਨਾਂ ਵਾਸਤੇ ਵੀ ਚਾਰੇ ਦੀ ਇਸ ਵੇਲੇ ਸਖਤ ਲੋੜ ਆ ਜੀ। ਦੂਸਰੀ ਗੱਲ, ਜੇ ਹੁਣ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਜੀ, ਆਪਾਂ ਪੰਜਾਬ ਸਰਕਾਰ ਨੂੰ ਬਹੁਤਾ ਬਲੇਮ ਨਹੀਂ ਦੇ ਸਕਦੇ ਜੀ, ਕਿਉਂਕਿ ਇਹਨਾਂ ਨੂੰ ਤੇ ਸਮਝ ਲਓ ਇਹ ਦਾਜ ਵਿੱਚ ਹੀ ਬੜਾ ਵੱਡਾ ਮਿਲਿਆ ਵਾ ਕਰਜ਼ਾ, 3 ਲੱਖ ਕਰੋੜ ਦਾ ਕਰਜ਼ਾ ਮੂੰਹ ਨਾਲ ਕਹਿ ਲਈਦਾ, ਜਿਹਦਾ 20,000 ਕਰੋੜ ਰੁਪਈਆ ਇਹਨਾਂ ਨੂੰ ਦੇਣਾ ਪੈਣ ਡਿਆ। ਇਹ ਤੇ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਲੈਣ ਤੇ ਇੰਨੀ ਬੜੀ ਗਨੀਮਤ ਆ ਹੈ। ਇਸ ਵੇਲੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਆਪਣੇ ਫਾਲਤੂ ਖਰਚੇ ਛੱਡ ਕੇ ਜਿੰਨੀ ਵੱਧ ਤੋਂ ਵੱਧ ਇਹਨਾਂ ਕਿਸਾਨਾਂ ਦੀ, ਇਹਨਾਂ ਲਾਰੇ ਤੇ ਬੜੇ ਲਾਏ ਆ ਵੀ ਅਸੀਂ 15,000 ਰੁਪਇਆ ਏਕੜ ਦੇਵਾਂਗੇ। ਭਗਵੰਤ ਮਾਨ ਨੇ ਤੇ ਇੱਥੋਂ ਤੱਕ ਵੀ ਫੌੜ ਮਾਰ ਦਿੱਤਾ ਵਾ ਕਿ ਜਿਹੜੀ ਬੱਕਰੀ ਮਰ ਗਈ ਬੱਕਰੀ ਦੇ ਪੈਸੇ ਦੇਵਾਂਗੇ, ਜਿਹੜੀ ਕੁਕੜੀ ਮਰ ਗਈ ਉਹਨੂੰ ਕੁਕੜੀ ਦੇ ਪੈਸੇ ਦੇਵਾਂਗੇ, ਤੇ ਆਪ ਸ਼੍ਰੀ ਮਾਨ ਜੀ ਹੈਲੀਕਾਪਟਰ ਥੱਲੇ ਉਤਰ ਨਹੀਂ ਡਿਆ ਵੈਸੇ। ਹਾਂਜੀ, ਬਿਲਕੁਲ। ਅਸਲ ਵਿੱਚ ਇਹਦੇ ਵਾਸਤੇ ਦੀ ਗੱਲ ਨਹੀਂ ਗੀ, ਜੇ ਇਹਨੂੰ ਕੇਜਰੀਵਾਲ ਨੂੰ ਖੁਸ਼ ਨਾ ਰੱਖੇ ਤੇ ਇਹਦੀ ਆਪਣੀ ਕੁਰਸੀ ਡੋਲਦੀ ਆ। ਬਿਲਕੁਲ। ਤੇ ਇਸ ਕਰਕੇ ਉਸ ਜਿਹੜਾ ਇਹਦਾ ਅਸਲੀ ਜਿਹਨੂੰ ਅਖਬਾਰਾਂ ਵਾਲੇ ਆਕਾ ਲਿਖਦੇ ਆ ਜਾਂ ਮਾਲਕ ਲਿਖਦੇ ਆ, ਜਾਂ ਕਹ ਲਓ ਜਿਹਨੇ ਇਹਨੂੰ ਮੁੱਖ ਮੰਤਰੀ ਬਣਾਇਆ, ਉਹਦੀ ਸੇਵਾ ਤਬਿਆ ਕਰਨੀ ਵੀ ਇਹਦੇ ਹਿੱਸੇ ਆਉਂਦੀ ਆ। ਤੇ ਉਹ ਇਸ ਵੇਲੇ ਪੰਜਾਬ ਦੇ ਸਿਰ ਤੇ ਹਿੰਦੁਸਤਾਨ ਤੇ ਰਾਜ ਕਰਨ ਦੇ ਸੁਪਨੇ ਲੈਣ ਡਿਆ ਵਾ। ਇਹ ਜੇ ਹੁਣ ਜਿੱਥੇ ਵੀ ਇਲੈਕਸ਼ਨ ਹੁੰਦੀ ਆ ਉੱਥੇ ਸੁਖਨਾ ਭਗਵੰਤ ਮਾਨ ਜੀ ਸਾਹਿਬ ਆਪਣੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਲੈ ਕੇ, ਪਲੱਸ ਆਪਣੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਦਾ ਪੈਸਾ ਧੇਲਾ ਲੈ ਕੇ, ਪਲੱਸ ਹੋਰ ਕਈ ਕਿਸਮ ਦੀਆਂ ਜਿਹੜੀਆਂ ਲੋਕਾਂ ਨੂੰ ਲੁਭਾਉਣੇ ਚੀਜ਼ਾਂ ਦੇਣੀਆਂ ਹੁੰਦੀਆਂ ਵਾ, ਇਹ ਲੈ ਕੇ ਪਹੁੰਚ ਜਾਂਦੇ ਆ। ਕਿਉਂਕਿ ਇਹ ਇਹਨਾਂ ਦੀ ਸਮਝ ਲਓ ਵਫਾਦਾਰੀ ਜਿਹੜੀ ਆ ਉਹੋ ਹੀ ਇਹ ਇਹਨਾਂ ਦੀ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਕਾਇਮ ਰੱਖ ਸਕੂਗੀ। ਤੇ ਜੇ ਫਰਜ਼ ਕੀਤਾ ਉਹਨੂੰ ਛੱਡ ਕੇ ਪੰਜਾਬ ਵੱਲ ਹੋ ਗਏ ਤੇ ਫਿਰ ਉਹਦੇ ਵਾਸਤੇ ਤੇ ਕਈ ਹੋਰ ਮੁੱਖ ਮੰਤਰੀ ਲੱਭ ਲੈਣੇ ਉਹਨੇ, ਬੰਦੇ ਹੀ ਬੜੇ ਤਿਆਰ ਹੁੰਦੇ ਆ। ਇਸ ਕਰਕੇ ਆਪਾਂ ਇਹਦੀ ਮਜਬੂਰੀ ਕਹਿ ਸਕਦੇ ਆ। ਭਗਵੰਤ ਮਾਨ ਦਿਲੋਂ ਬੰਦਾ ਮਾੜਾ ਨਹੀਂਗਾ, ਦਿਲੋਂ ਪੰਜਾਬ ਦਾ ਹਿੱਤੀ ਆ। ਹਾਂਜੀ, ਤੇ ਇਹਦਾ ਪਿਛਲਾ ਵੀ ਪਿਛੋਕੜ ਵੇਖੀਏ, ਇਹ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਰਿਹਾ, ਪਰ ਜਿਹੜੀ ਇਹਦੀ ਸਿਆਸੀ ਮਜਬੂਰੀਆਂ ਵਾ ਇਹ ਇਹਦੇ ਰਸਤੇ ਵਿੱਚ ਬੜੀ ਵੱਡੀ ਰੁਕਾਵਟ ਬਣੀਆਂ ਵਾ। ਤੇ ਜੇ ਇਹਦਾ ਕੋਈ ਹੱਲ ਲੱਭ ਸਕਦਾ ਹੋਵੇ ਤੇ ਕੇਜਰੀਵਾਲ ਨੂੰ ਆਪ ਸਿਆਣਪ ਚਾਹੀਦੀ ਆ ਕਿ ਪੰਜਾਬ ਉਹਦੇ ਕੋਲ 2 ਸੂਬੇ ਹੀ ਆ ਹਲੇ, ਇੱਕ ਦਿੱਲੀ ਤੇ ਇੱਕ ਪੰਜਾਬ। ਜੇ ਪੰਜਾਬ ਇਹੋ ਜਿਹਾ ਕ੍ਰਾਈਸਿਸ ਸਗੋਂ ਕੇਜਰੀਵਾਲ ਆਪ ਇੱਥੇ ਆਵੇ, ਆਪ ਸਾਰੀ ਸੁਪਰਵਾਈਜ਼ਰ ਕਰੇ, ਫੰਡਸ ਲੈ ਕੇ ਇੱਥੇ ਪਹੁੰਚਣ, ਫੰਡ ਲੈ ਕੇ ਪਹੁੰਚੇ। ਇਹ ਉਲਟਾ ਹੁਣ ਛੱਤੀਸਗੜ੍ਹ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਆਗਾਮੀ ਜਿਹੜੀ ਇਲੈਕਸ਼ਨ ਉਹਦੇ ਵਾਸਤੇ ਪੰਜਾਬ ਚੋਂ ਪੈਸੇ ਕੱਢ ਕੇ ਉਧਰ ਲੈ ਕੇ ਜਾ ਰਹੇ ਆ, ਸਰਕਾਰੀ ਖਰਚੇ ਦੇ ਜਾ ਰਿਹਾ। ਪੰਜਾਬ ਤੇ ਅੱਗੇ ਵਿਚਾਰਾ ਕਰਜ਼ਾਈ ਆ। ਹਾਂਜੀ, ਪੰਜਾਬ ਤੇ ਅੱਗੇ ਕਰਜ਼ੇ ਥੱਲੇ ਦੱਬਿਆ ਵਾ। ਤੇ ਇਸ ਕਰਕੇ ਪੰਜਾਬ ਨੂੰ ਕੋਈ ਥੋੜਾ ਜਿਹਾ ਸੌਖਾ ਸਾਹ ਦੇਣ ਦੀ ਬਜਾਏ ਉਹ ਜਿਹੜੇ ਥੋੜੇ ਬਹੁਤੇ ਸਾਹ ਵਾ ਉਹ ਵੀ ਖਿੱਚੀ ਜਾਣ ਡਿਆ ਵਾ। ਤੇ ਪਰ ਉਹ ਵੇਖ ਲਿਓ ਇਸ ਤਰ੍ਹਾਂ ਸਫਲਤਾ ਹਾਸਲ ਨਹੀਂ ਹੋਣੀ। ਜਿਹੜੀ ਲੋਕਾਂ ਦੀਆਂ ਬਦਦੁਆਵਾਂ ਹੁੰਦੀਆਂ ਨਾ ਹੈ ਉਹ ਵੀ ਕੁਝ ਨਾ ਕੁਝ ਅਸਰ ਕਰਦੀਆਂ ਵਾ। ਤੇ ਇਸ ਕਰਕੇ ਇਹਨੂੰ ਚਾਹੀਦਾ ਵਾ ਕਿ ਦਿੱਲੀ ਦੇ ਸੌਖਾ ਰਾਜ ਆ, ਉਹਦੇ ਕੋਲ ਪੈਸੇ ਵੀ ਚਾਰ ਹੈਗੇ ਆ, ਉਹ ਆਪਣੇ ਹੈਲਪ ਲੈ ਕੇ ਪੰਜਾਬ 'ਚ ਆਵੇ, ਇਸ ਦੀ ਬਜਾਏ ਕਿ ਪੰਜਾਬ ਦਾ ਜਿਹੜਾ ਵਾ ਉਹ ਖਜ਼ਾਨਾ ਆਪਣੇ ਹਿੱਤਾਂ ਵਾਸਤੇ ਵਰਤੇ। ਜੀ ਬਿਲਕੁਲ। ਅਣਖੀ ਸਾਹਿਬ, ਜਿਵੇਂ ਹੁਣ ਪਿਆਜ਼ ਦੀਆਂ ਕੀਮਤਾਂ ਜਿਹੜੀਆਂ ਉਹ ਕਾਫੀ ਜ਼ਿਆਦਾ ਵਧੀਆਂ ਹੋਈਆਂ ਨੇ, ਟਮਾਟਰ ਦੀ ਕੀਮਤ ਜਿਹੜੀ ਆ ਉਹ ਵੀ ਕਾਫੀ ਜਿਹੜੀ ਆ ਉਹ ਵਧੀ ਹੋਈ ਆ, ਤੇ ਜਿਵੇਂ ਦਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਆ, ਗਾਂ ਨੂੰ ਜਿਹੜੀ ਆ ਉਹ ਫਸਲ ਆਉਣੀ ਸੀਗੀ, ਗਾਂ ਝੋਨੇ ਦੀ ਜਿਹੜੀ ਆ ਉਹ ਚੌਲ ਜਿਹੜੇ ਆ ਉਹ ਬਣਨੇ ਸੀਗੇ,
ਉਹ ਵੀ ਰੇਟ ਵਧੇਗਾ, ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ, ਜਾਂ ਜਿਹੜੇ ਇਲਾਕਿਆਂ ਦੇ ਵਿੱਚ ਸਬਜ਼ੀਆਂ ਹੁੰਦੀਆਂ ਸੀਗੀਆਂ ਉਹ ਸਬਜ਼ੀਆਂ ਵੀ ਕਾਫੀ ਨੁਕਸਾਨ ਜਿਹੜਾ ਆ ਉਹ ਹੋਇਆ ਆ। ਜੇ ਜ਼ਮੀਨਾਂ ਦੇ ਉੱਤੇ ਜਿਹੜੀ ਪਾਲ ਆ ਰੇਤ ਆ ਉਹ ਚੜ ਗਈ ਆ, ਗਾਂ ਵੀ ਛੇਤੀ ਜਦੋਂ ਪਾਣੀ ਸੁੱਕਦਾ ਵਾ ਉਹ ਛੇਤੀ ਜਿਹੜੀ ਆ ਕੋਈ ਸਬਜ਼ੀ ਨਹੀਂ ਬੀਜੀ ਜਾ ਸਕਦੀ। ਇਹਦੇ ਨਾਲ ਵੀ ਅਜੇ ਕਿਹਾ ਜਾਵੇ ਕਿ ਗਾਂ ਹੋਰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਗਿਲ ਸਾਹਿਬ ਇਹ ਜਿਹੜਾ ਹੈਗਾ ਨਾ ਇਹ ਮੀਂਹ ਦਾ ਪ੍ਰਕੋਪ ਜਿਹੜਾ ਵਾ ਇਹ ਪੰਜਾਬ ਦੇ ਨਾਲ ਹਰਿਆਣੇ ਵਿੱਚ ਤੇ ਹਿਮਾਚਲ 'ਚ ਵੀ ਹੈਗਾ ਵਾ ਜੀ। ਹਾਂਜੀ, ਇਸ ਕਰਕੇ ਜਿਹੜੀਆਂ ਹਿਮਾਚਲ ਦੀ ਸਬਜ਼ੀਆਂ ਸੀ ਜੀ ਹਿਮਾਚਲ ਦਾ ਤੇ ਬਹੁਤ ਹੀ ਬੁਰਾ ਹਾਲ ਹੋਇਆ, ਉਹ ਵੀ ਨੁਕਸਾਨ ਹੋ ਗਿਆ। ਹਾਂਜੀ, ਤੇ ਇਸ ਕਰਕੇ ਉਹ ਪੰਜਾਬ ਦਾ ਤੇ ਤਾਂ ਆਪਾਂ ਸੁਣ ਨਹੀਂ ਡਏ ਆ ਕਿ ਪੰਜਾਬ ਵਿੱਚ ਜਿਹੜੀਆਂ ਸਬਜ਼ੀਆਂ ਬੀਜੀਆਂ ਸੀ ਉਹ ਵੀ ਖਤਮ ਹੋ ਗਈਆਂ, ਚਾਰਾ ਖਤਮ ਹੋ ਗਿਆ। ਹਾਂਜੀ, ਤੇ ਆਪਾਂ ਗੱਲ ਪਹਿਲਾਂ ਕਰਨ ਡਿਆ ਸਾਂ ਵੀ ਦਿੱਲੀ ਸਰਕਾਰ ਦੀ, ਹੁਣ ਤੁਹਾਡੇ ਇਸ ਚੈਨਲ ਰਾਹੀਂ ਮੈਂ ਜਿਹੜੇ ਸਾਡੇ ਬਾਹਰਲੇ ਦੇਸ਼ਾਂ 'ਚ ਸਾਡੇ ਸੌਖੇ ਲੋਕ ਬੈਠੇ ਆ ਤੇ ਉਹਨਾਂ ਦੀ ਜ਼ਮੀਨਾਂ ਇੱਥੇ ਆ ਤੇ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਠੇਕੇ ਤੇ, ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਉਹ ਵੀ ਥੋੜਾ ਜਿਹਾ ਖੁੱਲਾ ਦਿਲ ਵਿਖਾਉਣ ਤੇ ਜੇ ਇਸ ਸਾਲ ਦਾ ਉਹ ਠੇਕਾ ਆਪਣੇ ਜ਼ਿਮੀਂਦਾਰਾਂ ਕੋਲ ਨਾ ਲੈਣ ਤੇ ਇਹ ਵੀ ਬੜਾ ਵੱਡਾ ਪੁੰਨ ਵਾਲਾ ਕੰਮ ਹੋਊਗਾ। ਇਹ ਵੀ ਇੱਕ ਬੜੀ ਵੱਡੀ ਦੇਣ ਹੋਊਗੀ, ਇਹ ਵੀ ਉਹਨਾਂ ਦੀ ਯਾਦ ਰੱਖਣ ਵਾਲੀ ਜਿਹੜੀ ਆ ਨਾ ਇੱਕ ਸਮਝ ਲਓ ਇਹ ਇੱਕ ਮਿਹਰਬਾਨੀ ਹੋਊਗੀ। ਇਸ ਕਰਕੇ ਜਿਨ੍ਹਾਂ ਲੋਕਾਂ ਨੇ ਚੰਗਿਆਂ ਸੌਖਿਆਂ ਲੋਕਾਂ ਨੇ ਠੇਕੇ ਤੇ ਇਹ ਜ਼ਮੀਨਾਂ ਦਿੱਤੀਆਂ ਵਾ ਉਹ ਖੁਦ ਜਾ ਕੇ ਵੇਖ ਲੈਣ ਵੀ ਕਿੰਨਾ ਨੁਕਸਾਨ ਹੋਇਆ ਵਾ ਤੇ ਉਹਦੇ ਕਰਕੇ ਇਹ ਜੇ ਮਤ ਕਰਨ ਤੇ ਇਹ ਵੀ ਇੱਕ ਬੜੀ ਯਾਦਗਾਰੀ ਮਤ ਹੋਊਗੀ। ਹੁਣ ਆਪਾਂ ਗੱਲ ਕਰਨ ਰਹੇ ਸਬਜ਼ੀਆਂ ਦੀ, ਪਿਛੇ ਜੇ ਟਮਾਟਰ 200 ਰੁਪਏ ਕਿਲੋ ਤੱਕ ਪਹੁੰਚ ਗਿਆ ਸੀ ਤੇ ਮੈਂ ਨਾ ਆਮ ਬੰਦੇ ਨੇ ਕੀ ਚੰਗੇ ਲੋਕਾਂ ਨੇ ਵੀ ਟਮਾਟਰ ਖਾਣੇ ਜਿਹੜੇ ਬੰਦ ਕਰ ਦਿੱਤੇ। ਬਿਲਕੁਲ ਇੱਥੇ ਜਿਹੜੀਆਂ ਬੜੀਆਂ ਬਾਹਰ ਦੀਆਂ ਕੰਪਨੀਆਂ ਇੱਥੇ ਸਬਵੇ ਜਾਂ ਹੋ ਰਿਹਾ ਉਹਨਾਂ ਨੇ ਆਪਣੇ 버ਗਰ ਦੇ ਵਿੱਚ ਟਮਾਟਰ ਪਾਉਣਾ ਬੰਦ ਕਰਤਾ ਸੀ, ਲਿਖ ਕੇ ਲਾ ਦਿੱਤਾ ਸੀਗਾ ਕਿ ਟਮਾਟਰ ਨਹੀਂ ਮਿਲੇਗਾ, ਟਮਾਟਰ ਨਹੀਂ ਮਿਲੇਗਾ। ਹਾਂ, ਇਹ ਅੱਛਾ ਇਹ ਜਿਹੜਾ ਕ੍ਰਾਈਸਿਸ ਹੈ ਨਾ ਜੀ, ਇਹ ਨਹੀਂ ਕਿ ਫਸਲ ਘੱਟ ਕਰਕੇ ਜਾਂ ਖਤਮ ਹੋ ਗਿਆ, ਇਹ ਜਿਹੜੇ ਸਾਡੇ ਵੱਡੇ ਕਾਰਪੋਰੇਟ ਹਾਊਸ ਆ ਨਾ ਜਿਸ ਤਰ੍ਹਾਂ ਅਡਾਨੀ ਅੰਬਾਨੀ ਹੈਗੇ ਆ ਉਹ ਇੱਕਦਮ ਸਟੋਰ ਕਰ ਲੈਂਦੇ ਆ, ਉਹ ਸਟੋਰ ਕਰਕੇ ਮਾਰਕੀਟ ਦੇ ਵਿੱਚ ਇਸ ਚੀਜ਼ ਦੀ ਘਾਟ ਪੈਦਾ ਕਰ ਦਿੰਦੇ ਆ। ਉਹ ਇੰਨੀ ਘਾਟ ਜਦੋਂ ਪੈਦਾ ਹੋ ਜਾਂਦੀ ਤੇ ਫਿਰ ਆਪਣੇ ਆਪ ਕੀਮਤਾਂ ਜਿਹੜੀਆਂ ਉਹ ਵੱਧ ਜਾਂਦੀਆਂ ਤੇ ਜਿਹੜਾ ਉਹਨਾਂ ਨੇ 10 ਰੁਪਏ ਕਿਲੋ ਟਮਾਟਰ ਲਿਆ ਹੁੰਦਾ ਵਾ ਉਹਨਾਂ ਦਾ 150 ਰੁਪਏ ਕਿਲੋ ਜਦੋਂ ਵਿਕਦਾ ਵਾ। ਹਾਂਜੀ, ਤੇ ਉਹ ਫਿਰ ਇਹ ਵੀ ਇੱਕ ਫੈਕਟਰ ਬੜਾ ਵੱਡਾ ਕੰਮ ਹੈ ਜਿੱਥੇ ਕਿ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਤੇ ਕੁੰਡਾ ਲਾਉਣਾ। ਹਾਂ, ਹੁਣ ਤੁਸੀਂ ਗੱਲ ਕੀਤੀ ਆ ਪਿਆਜ਼ ਦੀ, ਗੰਢਿਆਂ ਦੀ ਗੱਲ ਕੀਤੀ ਆ, ਗੰਢਿਆਂ ਦੀ ਐਰਕੀ ਮੈਨੂੰ ਜ਼ਿਆਦਾ ਕੀਮਤ ਨਹੀਂ ਵਧੂਗੀ, ਕਾਰਨ 2024 ਦੀਆਂ ਇਲੈਕਸ਼ਨਾਂ ਜੀ। ਜੇ ਗੰਢਿਆਂ ਦੀ ਕੀਮਤਾਂ ਗਈਆਂ ਵਾਧਾ, ਵੈਸੇ ਮੈਨੂੰ ਲੱਗਦਾ ਅਣਖੀ ਸਾਹਿਬ 60 ਰੁਪਏ ਨੂੰ ਪਹੁੰਚ ਗਏ, ਉਦਾਂ 50-60 ਨੂੰ ਪਹੁੰਚ ਗਏ ਆ ਜੇ ਗੰਢਿਆਂ ਦੀ ਕੀਮਤਾਂ ਗਈਆਂ ਵਾਧਾ ਜੀ ਹੈ। ਤੇ ਗੰਢਾ ਜਿਹੜਾ ਵਾ ਇਹ ਤੇ ਹਰ ਅਮੀਰ ਹੋਵੇ ਗਰੀਬ ਹੋਵੇ ਉਹਦੀ ਰਸੋਈ 'ਚ ਇਹਦੀ ਵਰਤੋਂ ਹੋਣੀ ਆ। ਹਾਂਜੀ, ਤੇ ਜੇ ਗੰਢੇ ਲੈਣ ਲੱਗੇ ਲੋਕਾਂ ਦੇ ਅਥਰੂ ਨਿਕਲੇ ਨਾ ਤੇ ਮੁੜ ਕੇ ਇਹਨਾਂ ਨੇ ਅਥਰੂ ਕਢਾਉਣਗੇ, ਅਥਰੂ ਕਢਾ ਦੇਣਗੇ ਫਿਰ ਜਿਹੜੇ ਹੈਗੇ ਆ ਰੂਲਿੰਗ ਪਾਰਟੀ। ਇਸ ਕਰਕੇ ਉਹ ਵੀ ਬੜੀ ਸੁਚੇਤ ਆ, ਉਹ ਭਾਵੇਂ ਬਾਹਰਲੇ ਮੁਲਕਾਂ 'ਚੋਂ ਲਿਆ ਕੇ ਭਾਵੇਂ ਗਦਾਮਾਂ 'ਚੋਂ ਕੱਢ ਕੇ ਕਿਸ ਤਰ੍ਹਾਂ ਵੀ ਕਰਨ, ਇਹ ਗੰਢੇ ਦੀ ਕੀਮਤ ਮੇਰਾ ਇਸ ਸਾਲ ਜਿਹੜੀ ਆ ਉਹ ਨਹੀਂ ਵਧੂਗੀ। ਅਗਲੇ ਸਾਲਾਂ ਦਾ ਜੇ ਇਸ ਸਾਲ ਫਰਜ਼ ਕੀਤਾ ਜਿਹੜੇ ਇਹਨਾਂ ਨੂੰ ਯਤਨ ਕਰਨੇ ਪੈਣੇ, ਅਗਲੇ ਸਾਲ ਦੂਣੇ ਕਰਕੇ ਭਾਵੇਂ ਕੱਢ ਲੈਣ, ਫਿਰ ਇਹਨਾਂ ਨੂੰ ਪਰਵਾਹ ਨਹੀਂ ਹੋਣੀ। ਇੱਕ ਸਾਲ ਜਦੋਂ ਇਲੈਕਸ਼ਨ ਹੋ ਜਾਂਦੀ 5 ਸਾਲ ਮੁੜ ਕੇ ਆਰਾਮ ਨਾਲ ਕੱਟਦੇ ਆ, 4 ਸਾਲ, ਤੇ ਉਸ ਕਰਕੇ ਇਹ ਆਸ ਤੇ ਕੀਤੀ ਜਾਂਦੀ ਆ ਇਸ ਤਰ੍ਹਾਂ ਨਾ ਹੋਵੇ। ਜੇ ਹੋਵੇ ਤੇ ਸਰਕਾਰ ਦੀ ਨਲਾਇਕੀ ਆ, ਸਰਕਾਰ ਦੀ ਫੇਲਰ ਆ, ਸਰਕਾਰ ਦੀ ਬਹੁਤ ਵੱਡੀ ਜਿਹੜੀ ਆਪਾਂ ਕਹਿ ਸਕਦੇ ਆ ਇਹ ਨਲਾਇਕੀ ਆ। ਹਾਂ, ਜੇ ਸਰਕਾਰ ਸਿਰਫ ਇਹੋ ਸੋਚਦੀ ਆ ਕਿ ਅਸੀਂ ਜੀ ਇਹ ਫਿਰਕਾ ਪ੍ਰਸਤੀ ਦੇ ਸਿਰ ਤੇ ਬਹੁ ਗਿਣਤੀਵਾਦ ਦੇ ਸਿਰ ਤੇ ਇਲੈਕਸ਼ਨਾਂ ਜਿੱਤ ਲੈਣੀਆਂ, ਤੇ ਇਹ ਵੀ ਉਹਨਾਂ ਨੂੰ ਇੱਕ ਭੁਲੇਖਾ ਵਾ। ਲੋਕ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਵਾ ਇਹਨੇ ਲੋਕਾਂ ਨੂੰ ਬੜਾ ਸੁਚੇਤ ਕੀਤਾ ਵਾ। ਲੋਕ ਹੁਣ ਧਰਮ ਦੇ ਸਿਰ ਤੇ, ਹਾਂਜੀ, ਜਾਂ ਫਿਰਕਾ ਪ੍ਰਸਤੀ ਦੇ ਸਿਰ ਤੇ ਚਲੋ 1-2% 5% ਵੀ ਹੋ ਸਕਦਾ ਲੋਕੀ ਪ੍ਰਭਾਵਿਤ ਹੋ ਜਾਣ, ਪਰੰਤੂ 95% ਲੋਕ ਜਿਹੜੇ ਆ ਉਹ ਸਿਆਣੇ ਹੋ ਗਏ ਆ। ਉਹ ਵੇਂਦੇ ਆ ਵੀ ਸਾਡਾ ਘਰ ਦਾ ਜਿਹੜਾ ਵਾ ਖਰਚਾ ਕਿਸ ਤਰ੍ਹਾਂ ਚੱਲਣਾ ਵਾ, ਸਾਡਾ ਰੁਜ਼ਗਾਰ ਕਿਸ ਤਰ੍ਹਾਂ ਚੱਲਣਾ ਵਾ, ਅਸੀਂ ਮਹਿੰਗਾਈ ਦੇ ਇਸ ਜ਼ਮਾਨੇ ਦੇ ਵਿੱਚ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰਨੀ ਆ, ਉਹ ਸਭ ਕੁਝ ਅਗਲਿਆਂ ਨੂੰ ਜਿਹੜਾ ਵਾ ਉਹ ਪ੍ਰਭਾਵਿਤ ਕਰ ਰਿਹਾ ਵਾ। ਕੱਲਾ ਜਿਹੜਾ ਵਾ ਧਰਮ ਜਾਂ ਫਿਰਕਾ ਇਹਦੀ ਰਾਜਨੀਤੀ ਜਿਹੜੀ ਆ ਉਹ ਬਹੁਤੀ ਸਫਲ ਹੋਣ ਆਉਣ ਵਾਲੇ ਸਮੇਂ 'ਚ ਨਹੀਂ ਹੋਊਗੀ। ਭਾਵੇਂ ਕਿ ਸਰਕਾਰ ਬੜਾ ਜ਼ੋਰ ਲਾ ਰਹੀ ਆ, ਜਿਸ ਤਰ੍ਹਾਂ ਹੁਣ ਆਪਾਂ ਜੇ ਵੇਖਦੇ ਆ ਜਿਹੜੀਆਂ ਮਨੀਪੁਰ 'ਚ ਘਟਨਾਵਾਂ ਹੋਈਆਂ, ਬਿਲਕੁਲ, ਜਾਂ ਹਰਿਆਣੇ ਦੇ ਵਿੱਚ ਘਟਨਾਵਾਂ ਹੋਈਆਂ, ਜਾਂ ਰਾਜਸਥਾਨ 'ਚ ਘਟਨਾਵਾਂ ਹੋਈਆਂ, ਮਕਸਦ ਤੇ ਉਹਨਾਂ ਦਾ ਇਹੋ ਹੀ ਆ। ਬਿਲਕੁਲ, ਜਿਵੇਂ ਪੁਲਵਾਮਾ ਹੋਇਆ ਸੀਗਾ, ਪੁਲਵਾਮਾ ਹੋਇਆ ਸੀ, ਹਾਂਜੀ, ਮਕਸਦ ਇਹੋ ਹੀ ਆ। ਤੇ ਅਸੀਂ
ਇਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਜੀ। ਵੀ 24 ਦੀ ਇਲੈਕਸ਼ਨ ਜਿਹੜੀ ਆ ਨਾ ਇਹ ਹੁਣ ਸੁੱਖ ਨਾਲ ਲੰਘ ਜੇ ਜੀ। ਵੀ ਮੁਸਲਮਾਨ ਵੀ ਜਿਹੜੇ ਆ ਭਾਈਚਾਰਾ ਉਹ ਵੀ ਟਾਰਗੇਟ ਹੋਇਆ ਵਾ, ਹਾਂਜੀ, ਹਾਂਜੀ। ਈਸਾਈ ਭਾਈਚਾਰਾ ਵੀ ਟਾਰਗੇਟ ਹੋਇਆ ਵਾ, ਤੇ ਸਿੱਖਾਂ ਦੇ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਬਿਲਕੁਲ। ਤੇ ਇਹ ਜਿਹੜੇ ਸੁੱਖਾਂ ਦੇ ਨਾਲ ਜਿਹੜਾ ਵਾ ਅਸੀਂ ਤਾਂ ਨੇ ਸਿੱਖ, ਹਿੰਦੂ, ਈਸਾਈ, ਮੁਸਲਮਾਨ, ਬੋਧੀ, ਜੈਨੀ ਸਾਰੇ ਆਪਣੇ ਇੱਕ ਅਮਨ ਚੈਨ ਦੀ ਜ਼ਿੰਦਗੀ ਬਤੀਤ ਕਰਨ, ਤਾਂ ਕਿ ਇਹ ਕਿਸੇ ਇਸ ਕਰਕੇ ਨਾ ਕੋਈ ਕਿਸੇ ਦਾ ਦੁਸ਼ਮਣ ਬਣੇ ਕਿ ਉਹ ਫਲਾਣੇ ਧਰਮ ਦਾ ਵਾ ਤੇ ਜਾਂ ਫਲਾਣੇ ਫਿਰਕੇ ਦਾ ਵਾ ਹੈ। ਤੇ ਵੈਸੇ ਸਰਕਾਰਾਂ ਜਿਹੜੀਆਂ ਵਾ ਜਾਂ ਕਹਿ ਲਓ ਵੀ ਜਿਹੜੇ ਕਈ ਹੋਰ ਏਜੰਸੀਆਂ ਹੁੰਦੀਆਂ ਵਾ ਉਹ ਜੇ ਕੰਮ ਕਰਨ ਵਿੱਚ ਆਪਣਾ ਰਹਿੰਦੀਆਂ ਵਾ। ਹੁਣ ਆ ਪਿਛੇ ਜੇ ਆਪਾਂ 15 ਅਗਸਤ ਲੰਘਿਆ ਵਾ, ਜਦੋਂ ਕਿ ਆਪਾਂ ਸੁਣਦੇ ਰਹੇ ਆ ਵੀ 47 ਦੀ ਕੀ ਹੋਇਆ, ਉਹ ਲੋਕਾਂ ਦੇ ਜ਼ਖਮ ਅਜੇ ਭਰੇ ਨਹੀਂ ਗਏ, ਅਜੇ 84 ਦੇ ਜ਼ਖਮ ਲੋਕਾਂ ਦੇ ਭਰੇ ਨਹੀਂ ਗਏ ਹੈ। ਇਸ ਕਰਕੇ ਹੁਣ ਤੇ ਆਪਾਂ ਇਹੋ ਹੀ ਲੋਕਾਂ ਨੂੰ ਵੀ ਅਪੀਲ ਆ ਕਿ ਲੋਕ ਸੁਚੇਤ ਰਹਿਣ, ਹਾਂਜੀ, ਆਪਣੀ ਸਮਝਦਾਰੀ ਤੋਂ ਕੰਮ ਲੈਣ, ਆਪਣੇ ਕੰਮ ਨਾਲ ਵਾਸਤਾ ਰੱਖਣ, ਆਪਣੇ ਰੋਟੀ ਰੁਜ਼ਗਾਰ ਦੇ ਸਾਧਨ ਦੇ ਨਾਲ ਵਾਸਤਾ ਰੱਖਣ, ਆਪਣੇ ਜਿਹੜੇ ਮਰਜ਼ੀ ਧਾਰਮਿਕ ਕੀਦੇ ਨੂੰ ਵਾਸਤਾ ਰੱਖਣ, ਪਰੰਤੂ ਏਕ ਨੂਰ ਤੇ ਸਭ ਜਗ ਉਪਜਿਆ। ਗੁਰੂ ਮਹਾਰਾਜ ਦਾ ਜਿਹੜਾ ਉਪਦੇਸ਼ ਆ ਇਹ ਹਮੇਸ਼ਾ ਮਨ 'ਚ ਵਸਾ ਕੇ ਰੱਖਣ ਵੀ ਭਾਵੇਂ ਕੋਈ ਹਿੰਦੂ ਆ, ਭਾਵੇਂ ਕੋਈ ਮੁਸਲਮਾਨ ਆ, ਭਾਵੇਂ ਈਸਾਈ ਆ, ਜੈਨੀ ਆ, ਸਿੱਖ ਆ, ਬੋਧੀ ਆ, ਜੋ ਵੀ ਹੈਗਾ ਵਾ, ਉਸ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਇਹ ਜਿਹੜੀ ਫਸਲ ਆ। ਇਸ ਕਰਕੇ ਸਾਨੂੰ ਇੱਕ ਦੂਜੇ ਦੇ ਸਹਿਯੋਗ ਨਾਲ, ਆਪਸੀ ਭਾਈਚਾਰੇ ਦੇ ਨਾਲ, ਆਪਸੀ ਇੱਜ਼ਤ ਮਾਣ ਦੇ ਨਾਲ, ਆਪਸੀ ਇੱਕ ਦੂਜੇ ਦੀ ਮਦਦ ਕਰਕੇ ਸਾਨੂੰ ਜਿਹੜਾ ਵਾ ਉਹ ਜ਼ਿੰਦਗੀ ਬਸਰ ਕਰਨੀ ਚਾਹੀਦੀ ਆ, ਤਾਂ ਨਾ ਕਿ ਬਿਨਾਂ ਵਜ੍ਹਾ ਕਿਸੇ ਪ੍ਰਤੀ ਨਫ਼ਰਤ ਪੈਦਾ ਕਰਕੇ ਜਾਂ ਬਿਨਾਂ ਵਜ੍ਹਾ ਕਿਸੇ ਦੇ ਵਿਰੁੱਧ ਵਿਰੋਧਤਾ ਪੈਦਾ ਕਰਕੇ ਜਾਂ ਆਪਣੇ ਮਨ 'ਚ ਸੋਚ ਪੈਦਾ ਕਰਕੇ ਆਪਣੇ ਮਨ ਨੂੰ ਮਲੀਨ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਮਨ ਨੂੰ ਸ਼ੁੱਧ ਰੱਖਣ ਵਾਸਤੇ ਜਿਹੜਾ ਵਾ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਤੇ ਜਿਹੜਾ, ਕਿਉਂਕਿ ਸਾਰੇ ਧਰਮ ਸਿਖਾਉਂਦੇ ਆ ਕਿ ਮਨੁੱਖ ਜਿਹੜਾ ਵਾ ਰੱਬ ਦਾ ਪੈਦਾ ਕੀਤਾ ਹੋਇਆ, ਇੱਕ ਅਕਾਲ ਪੁਰਖ ਦਾ ਪੈਦਾ ਕੀਤਾ ਹੋਇਆ ਵਾ। ਜੀ 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 ਬਿਲਕੁਲ। ਅਣਖੀ ਸਾਹਿਬ, ਪੰਜਾਬ ਦੀ ਗੱਲ ਕਰ ਰਹੇ ਹਾਂ ਅਸੀਂ, ਤੇ ਪੰਜਾਬ ਚਾਰੇ ਪਾਸਿਓਂ ਜਿਹੜਾ ਹੈ ਉਹ ਜਕੜਿਆ ਹੋਇਆ ਆ, ਚਾਹੇ ਪਾਣੀ ਦੀ ਮਾਰ ਕਹਿ ਲਈ ਜਾਵੇ, ਚਾਹੇ ਬੇਰੁਜ਼ਗਾਰੀ ਦੀ ਮਾਰ ਕਹਿ ਲਈ ਜਾਵੇ, ਚਾਹੇ ਜਿਹੜਾ ਲਗਾਤਾਰ ਪ੍ਰਵਾਸ ਹੋ ਰਿਹਾ ਆ ਉਹ ਗੱਲ ਕੀਤੀ ਜਾਵੇ, ਤੇ ਜਾਂ ਫਿਰ ਅਹਿਮ ਜਿਹੜੀ ਗੱਲ ਆ ਜਿਹਨੂੰ ਲੈ ਕੇ ਸਰਕਾਰਾਂ ਬਣੀਆਂ ਤੇ ਸਰਕਾਰਾਂ ਫਿਰ ਚਲੇ ਗਈਆਂ, ਫਿਰ ਬਣੀਆਂ, ਤੇ ਇਹਨਾਂ ਨੇ ਵਾਅਦਾ ਇਹੀ ਕੀਤਾ ਕਿ ਨਸ਼ੇ ਖਤਮ ਕਰਾਂਗੇ ਅਸੀਂ, ਪਰ ਲਗਾਤਾਰ ਖਬਰਾਂ ਆ ਰਹੀਆਂ ਨੇ, ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਕੁੜੀਆਂ ਵੀ ਨਸ਼ਾ ਕਰ ਰਹੀਆਂ, ਮੁੰਡੇ ਮਰ ਰਹੇ ਨਸ਼ਾ ਕਰ ਕਰਕੇ, ਮਾਵਾਂ ਰੋ ਰਹੀਆਂ ਨੇ। ਸੋ ਇਹ ਇੱਕ ਬੜਾ ਵੱਡਾ ਕੋੜ ਪੰਜਾਬ ਦੇ ਵਿੱਚ ਜਿਹੜਾ ਪੈਦਾ ਹੋਇਆ ਆ, ਇਹ ਕਿਵੇਂ ਖਤਮ ਹੋ ਸਕਦਾ ਆ, ਜਾਂ ਸਰਕਾਰਾਂ ਕਿਉਂ ਨਹੀਂ ਇਹਦੇ ਉੱਤੇ ਕੁਝ ਕਰ ਰਹੀਆਂ? ਗਿੱਲ ਸਾਹਿਬ, ਜਿਹੜਾ ਨਸ਼ਾ ਨਾ ਜੀ, ਇਹ ਇੱਕ ਬੜਾ ਵੱਡਾ ਕਮਾਈ ਦਾ ਸਾਧਨ ਆ। ਇਹ ਆਪਾਂ ਕਹਿ ਸਕਦੇ ਹਾਂ ਵੀ 2012-14 ਚ ਜਿਹੜਾ ਸੀ ਨਾ ਪੰਜਾਬ ਦੇ ਵਿੱਚ ਜਿਹੜਾ ਸਿੰਥੈਟਿਕ ਨਸ਼ਾ ਜਾਂ ਚਿੱਟਾ ਜਿਹੜਾ ਸੀ, ਉਹਦੇ ਬਾਰੇ ਸੁਣਨਾ ਸ਼ੁਰੂ ਕੀਤਾ ਸੀ ਵੀ ਹੁਣ ਇਹ ਨਸ਼ਾ ਜਿਹੜਾ ਵਾ ਇਹ ਆ ਗਿਆ ਵਾ। ਹੁਣ ਇਹ ਨਸ਼ਾ ਇੰਨਾ ਭਿਆਨਕ ਆ ਕਿ ਆਪਾਂ ਆਲੇ ਦੁਆਲੇ ਵੇਖੀਏ, ਆਪਣੇ ਜਿੱਥੇ ਆਪਾਂ ਪਿੰਡ 'ਚ ਰਹਿੰਦੇ ਆ ਜਾਂ ਸ਼ਹਿਰ ਦੇ ਜਿਹੜੇ ਮਹੱਲੇ 'ਚ ਰਹਿੰਦੇ ਆ ਉੱਥੇ ਵੇਖ ਲਈਏ, ਆਪਣੇ ਰਿਸ਼ਤੇਦਾਰੀ 'ਚ ਵੇਖ ਲਈਏ, ਆਪਣੇ ਸੋਸ਼ਲ ਸਰਕਲ 'ਚ ਵੇਖ ਲਈਏ, ਬੜੇ ਘਰ ਜਿਹੜੇ ਆ ਨਾ ਇਸ ਨਸ਼ੇ ਰੂਪੀ ਕੋੜ ਦੇ ਵਿੱਚ ਤੋਂ ਬੜੇ ਪ੍ਰਭਾਵਿਤ ਆ। ਫਿਰ ਇਸ ਨਸ਼ੇ ਨੇ ਸਾਡੇ ਸਮਾਜਿਕ ਰਿਸ਼ਤੇ ਜਿਹੜੇ ਆ ਉਹਨਾਂ ਦੇ ਇੰਨਾ ਤਗੜਾ ਘਾਣ ਕੀਤਾ ਵਾ ਵੀ ਇਹ ਕਿਸੇ ਦੇ ਇਤਬਾਰ ਹੀ ਨਹੀਂ ਰਿਹਾ, ਇਤਬਾਰ ਹੀ ਨਹੀਂ ਰਿਹਾ। ਜਿਹੜਾ ਬੰਦਾ ਨਸ਼ੇ 'ਚ ਪੈ ਜਾਂਦਾ ਵਾ, ਉਹ ਨਸ਼ੇ ਦੀ ਪੂਰਤੀ ਕਰਨ ਵਾਸਤੇ ਉਹ ਸਭ ਕੁਝ ਭੁੱਲ ਜਾਂਦਾ ਵਾ। ਬਿਲਕੁਲ, ਸਾਰੇ ਰਿਸ਼ਤੇ, ਸਾਰੇ ਹੀ ਆਪਣੇ ਧਾਰਮਿਕ ਅਕੀਦੇ, ਹਾਂਜੀ, ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਉਹਦਾ ਸਿਰਫ ਇੱਕੋ ਟਾਰਗੇਟ ਹੁੰਦਾ ਵਾ ਕਿ ਮੈਨੂੰ ਕਿਸ ਤਰ੍ਹਾਂ ਨਸ਼ਾ ਜਿਹੜਾ ਵਾ ਉਹ ਮਿਲਣਾ ਚਾਹੀਦਾ ਵਾ। ਕਈ ਤੇ ਅਖਬਾਰ ਦੇ ਵਿੱਚ ਖਬਰਾਂ ਇੰਨੀਆਂ ਭਿਆਨਕ ਆਉਂਦੀਆਂ ਵਾ ਵੀ ਇੱਕ ਪਿੱਛੇ ਜਿਹੇ ਖਬਰ ਆਈ ਸੀ ਕਿ ਇੱਕ ਮੁੰਡਾ ਨਸ਼ੇ ਦੀ ਖਾਤਰ ਆਪਣੀ ਮਾਂ ਨੂੰ ਕਈ ਲੈ ਕੇ ਪੈ ਗਿਆ। ਮਾਂ ਕੋ ਪੈਸੇ ਮੰਗਦਾ ਸੀ ਤੇ ਮਾਂ ਕਿੰਨੇ ਕੁ ਪੈਸੇ ਦੇਵੇ? ਹੁਣ ਘਰ ਤੇ ਉਹਦਾ ਅੱਗੇ ਉਜੜ ਗਿਆ ਸੀ, ਜੋ ਭਾਂਡਿਆਂ ਤੱਕ ਵੇਚ ਦਿੱਤੇ ਸੀ ਉਹਨੇ, ਈਵਨ ਕਿ ਗੈਸ ਦਾ ਸਿਲੰਡਰ ਤੱਕ ਵੇਚ ਦਿੱਤਾ ਸੀ, ਹਾਂਜੀ। ਉਹ ਪੈਸੇ ਦੇਣ ਜੋਗੀ ਨਹੀਂ ਸੀ। ਤੇ ਇੱਕ ਉਹਦੀ ਭਣੇਵੀਂ ਆਈ ਸੀ, ਇਹ ਦੋਵਾਂ ਨੂੰ ਕਈ ਲੈ ਕੇ ਪੈ ਗਿਆ ਤੇ ਉਹਦਾ ਪਿਓ ਲਾਗੇ ਸੀ, ਉਹਨੂੰ ਫਿਰ ਗੁੱਸਾ ਚੜਿਆ ਵੀ ਇੱਕ ਤੇ ਨੇ ਘਰ ਵੇਚ ਦਿੱਤਾ ਵਾ, ਹੁਣ ਆਪਣੀ ਮਾਂ ਨੂੰ ਕਈ ਲੈ ਕੇ ਪੈ ਗਿਆ। ਉਹ ਕਈ ਲੈ ਕੇ ਉਹਨੇ ਮੁੰਡੇ ਨੂੰ ਇਸ ਨੀਤ ਨਾਲ ਨਹੀਂ ਮਾਰੀ ਵੀ ਇਹਨੂੰ ਜ਼ਿਆਦਾ ਸੱਟ ਲੱਗੇ, ਪਰ ਉਹਦੀ ਬਾਂਹ ਵੱਢੀ ਗਈ ਤੇ ਬਾਂਹ 'ਚ ਉਹਨਾਂ ਖੂਨ ਨਿਕਲ ਗਿਆ ਕਿ ਉਹ ਮੁੰਡਾ ਮਰ ਗਿਆ।
ਜਿਸ ਪਿਓ ਨੇ ਮੂੰਹ 'ਚ ਬੁਰਕੀਆਂ ਦੇ ਦੇ ਕੇ ਪੁੱਤ ਨੂੰ ਪਾਲਿਆ ਸੀ, ਜਿਹੜੇ ਪੁੱਤ ਦੇ ਜੰਮਣ ਤੇ ਉਹਨੇ ਲੱਡੂ ਵੰਡੇ ਸੀ, ਲੋਹੜੀਆਂ ਮਨਾਈਆਂ ਸੀ, ਖੁਸ਼ੀਆਂ ਕੀਤੀਆਂ ਸੀ, ਉਹਦੀਆਂ ਪੱਗਾਂ ਬੰਨ੍ਹ ਕੇ ਪੱਗਾਂ ਬੰਨਣ ਦੇ ਬੜਾ ਵੱਡੇ ਜਸ਼ਨ ਕੀਤੇ ਸੀ, ਉਸ ਮੁੰਡੇ ਦੀ ਮੌਤ ਦਾ ਕਾਰਨ ਉਹ ਬਾਪ ਬਣਿਆ ਸੀ। ਇਸੇ ਤਰ੍ਹਾਂ ਜਿਹੜੀ ਮਾਂ ਨੇ ਆਪਣਾ ਦੁੱਧ ਜੰਘਾ ਕੇ ਬੱਚੇ ਦੀ ਟੱਟੀ ਚੁੱਕ ਕੇ, ਉਹਦਾ ਪਿਸ਼ਾਬ ਚੁੱਕ ਕੇ, ਉਹਦੀ ਸਫਾਈ ਕਰਕੇ, ਆਪ ਗਿੱਲੇ ਥਾਂ ਪੈ ਕੇ ਉਸ ਨੂੰ ਸੁੱਕੇ ਥਾਂ ਪਾ ਕੇ ਪਾਲਿਆ, ਉਹ ਪੁੱਤ ਜਿਹੜੇ ਅੱਜ ਮਾਵਾਂ ਦਾ ਕਤਲ ਕਰਨ ਡਏ ਆ ਪੈਸਿਆਂ ਦੀ ਖਾਤਰ। ਬਿਲਕੁਲ ਕਹਿਣ ਤੋਂ ਭਾਵ ਆ ਵੀ ਇਹ ਹੁਣ ਇਹੋ ਜਿਹੀਆਂ ਖਬਰਾਂ ਪੜ੍ਹ ਕੇ ਮਨ ਇੰਨਾ ਦੁਖੀ ਹੋ ਜਾਂਦਾ ਵੀ ਯਾਰ ਸਾਡੇ ਬਣ ਕੀ ਡਿਆ ਵਾ। ਸਾਡਾ ਪੰਜਾਬ ਹੱਸਦਾ ਵਸਦਾ ਪੰਜਾਬ, ਜਿਹਦੀਆਂ ਦੁਨੀਆ ਤੇ ਗੱਲਾਂ ਹੁੰਦੀਆਂ ਸੀ ਇਹਦੇ ਸੱਭਿਆਚਾਰ ਦੀਆਂ, ਇਹਦੇ ਭਾਈਚਾਰੇ ਦੀਆਂ, ਜਿਹਦੀਆਂ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਸੀ ਕਿ ਪੰਜਾਬ ਦੇ ਪਿੰਡ ਦੇ ਇੱਕ ਘਰ ਦੀ ਧੀ ਸਾਰੇ ਪਿੰਡ ਦੀ ਧੀ ਸਮਝੀ ਜਾਂਦੀ ਆ। ਉਹਦਾ ਜਿਹੜਾ ਪ੍ਰਾਹੁਣਾ ਵਾ ਸਾਰੇ ਪਿੰਡ ਦਾ ਜਵਾਈ ਸਮਝਿਆ ਜਾਂਦਾ ਵਾ। ਜਦੋਂ ਕੋਈ ਬੱਚਾ ਨਾਨਕੇ ਜਾਂਦਾ ਵਾ ਸਾਰੇ ਪਿੰਡ ਦਾ ਹੀ ਉਹ ਦੋਹਤਾ ਹੁੰਦਾ ਵਾ। ਹਾਂਜੀ, ਅੱਜ ਇਹ ਸਾਡੇ ਰਿਸ਼ਤੇ ਜਿਹੜੇ ਆ ਇਹਨਾਂ ਨਸ਼ਿਆਂ ਨੇ ਖਾਸ ਤੌਰ ਤੇ ਆਪਾਂ ਕਹਿ ਸਕਦੇ ਆ ਬੜੀ ਹਾਨੀ ਪਹੁੰਚਾਈ ਆ। ਇਹਦੇ ਕਰਕੇ ਲੋਕ ਸਵਾਰਥੀ ਵੀ ਹੋ ਗਏ ਆ। ਹਾਂਜੀ, ਖੂਨ ਵੀ ਆਪਾਂ ਜਿਹਨੂੰ ਕਹਿ ਸਕਦੇ ਚਿੱਟਾ ਹੋ ਗਿਆ ਵਾ। ਲੋਕਾਂ ਦੇ ਵਿੱਚ ਇਤਬਾਰ ਵੀ ਖਤਮ ਹੋ ਗਿਆ ਵਾ, ਭਾਈਚਾਰਾ ਵੀ ਖਤਮ ਹੋ ਗਿਆ ਵਾ। ਤੇ ਇਸ ਕਰਕੇ ਇਹ ਸਰਕਾਰਾਂ ਵੀ ਕੱਲੀਆਂ ਸਰਕਾਰਾਂ ਨਹੀਂ, ਮੈਂ ਤਾਂ ਨਾ ਵਾਂ ਵੀ ਜਿਹੜੇ ਸਾਡੇ ਧਾਰਮਿਕ ਅਦਾਰੇ ਆ ਉਹ ਵੀ ਖੁੱਲੇ ਤੌਰ ਤੇ ਮੈਦਾਨ ਚ ਆਉਣ। ਜਿਹੜੇ ਸਾਡੇ ਸਿੱਖ ਧਰਮ ਦੇ ਗ੍ਰੰਥੀ ਸਾਹਿਬਾਨ ਆ ਜਾਂ ਪ੍ਰਚਾਰਕ ਆ, ਇਸੇ ਤਰ੍ਹਾਂ ਹਿੰਦੂ ਧਰਮ ਦੇ ਪ੍ਰਚਾਰਕ ਆ, ਮੁਸਲਿਮ ਧਰਮ ਦੇ ਪ੍ਰਚਾਰਕ ਆ, ਕਿਉਂਕਿ ਨਸ਼ਾ ਕਿਸੇ ਧਰਮ ਨੂੰ ਵੇਖ ਕੇ ਨਹੀਂ ਲੱਗਦਾ, ਇਹਦੇ ਨਾਲ ਸਾਰੇ ਇਫੈਕਟਡ ਆ। ਇਸ ਕਰਕੇ ਜਿਹੜੇ ਸਾਡੇ ਧਾਰਮਿਕ ਪ੍ਰਚਾਰਕ ਆ ਉਹ ਵੀ ਆਪਣੇ ਧਾਰਮਿਕ ਅਦਾਰਿਆਂ ਦੇ ਵਿੱਚੋਂ ਬਾਹਰ ਨਿਕਲ ਕੇ ਲੋਕਾਂ ਤੱਕ ਜਾਣ ਤੇ ਉਹਨਾਂ ਨੂੰ ਠੰਡਾ ਕਰਨ, ਉਪਦੇਸ਼ ਦੇਣ ਵੀ ਭਾਈ ਇਹ ਜੀਵਨ ਜਿਹੜਾ ਵਾ ਇਹ ਅਸਲੀ ਜੀਵਨ ਨਹੀਂਗਾ। ਅਸਲੀ ਜੀਵਨ ਤੇ ਹੈਗਾ ਮਿਹਨਤ ਦਾ, ਅਸਲੀ ਜੀਵਨ ਤੇ ਹੈਗਾ ਵਾ ਉੱਚ ਵਿਦਿਆ ਹਾਸਲ ਕਰਕੇ ਉੱਚੇ ਮੁਕਾਮ ਹਾਸਲ ਕਰਨ ਦਾ। ਹਾਂਜੀ, ਇਹ ਨਸ਼ੇ ਜਿਹੜੇ ਆ ਇਹ ਸਾਡੀ ਕੀਮਤੀ ਜਵਾਨੀ ਨੂੰ ਇੰਨਾ ਤਬਾਹ ਕਰ ਰਹੇ ਆ। ਉਹਨਾਂ ਹੜ੍ਹਾਂ ਨੇ ਨੁਕਸਾਨ ਨਹੀਂ ਕੀਤਾ, ਉਹਨਾਂ ਕੁਦਰਤੀ ਆਫਤਾਂ ਨੇ ਨੁਕਸਾਨ ਨਹੀਂ ਕੀਤਾ ਜਿੰਨਾ ਇਹ ਸਾਡਾ ਨਸ਼ੇ ਕਰ ਰਹੇ ਆ। ਲੋਕਾਂ ਦੇ ਘਰ ਵੇਚ ਗਏ, ਲੋਕਾਂ ਦੀਆਂ ਪੈਲੀਆਂ ਵੇਗੀਆਂ, ਲੋਕਾਂ ਦੇ ਟਰੱਕ ਟਰਾਲੇ ਵੇਚ ਗਏ। ਹਾਂਜੀ, ਪਰੰਤੂ ਇਹ ਨਸ਼ੇ ਦੀ ਬਿਮਾਰੀ ਜਿਹੜਾ ਵਾ ਇਹ ਨਸ਼ੇ ਦਾ ਕੋੜ। ਆਪਾਂ ਇਹਦੇ ਵਾਸਤੇ ਇਹ ਨਹੀਂ ਕਹਿ ਸਕਦੇ ਵੀ ਇਹਦੇ ਵਾਸਤੇ ਜ਼ਿੰਮੇਵਾਰ ਸਿਰਫ ਤੇ ਸਿਰਫ ਸਾਡੀ ਰਾਸ਼ੀ ਪਾਰਟੀਆਂ ਵਾ। ਜਿੰਨਾ ਮਰਜ਼ੀ ਪ੍ਰਚਾਰ ਕਰਨ, ਜਿੰਨੀਆਂ ਮਰਜ਼ੀ ਸਮਾਂ ਖਾਣ ਉਹ ਗੁੱਟ ਕੇ ਚੁੱਕ ਕੇ। ਹਾਂਜੀ, ਪਰ ਉਹਨਾਂ ਨੂੰ ਵੀ ਇਹਦੇ ਵਿੱਚੋਂ ਮੋਟੀ ਕਮਾਈ ਹੋਣ ਰਹੀ ਆ। ਇਹਦੇ ਵਿੱਚ ਤੇ ਪੁਲਿਸ ਵੀ ਜਿਹੜੀ ਆ ਉਹ ਵੀ ਸ਼ਾਮਲ ਆ। ਹਾਂਜੀ, ਤਾਂ ਪੁਲਿਸ ਦੀ ਮਰਜ਼ੀ ਤੋਂ ਬਗੈਰ ਪਤਾ ਨਹੀਂ ਹਿਲ ਸਕਦਾ। ਇਸ ਕਰਕੇ ਉਹਨਾਂ ਨੂੰ ਵੀ ਪਤਾ ਵਾ ਵੀ ਕਿਹੜਾ ਬੰਦਾ ਨਸ਼ਾ ਵੇਚਣ ਡਿਆ ਵਾ, ਪਰੰਤੂ ਕਿਉਂਕਿ ਉਹਨਾਂ ਨੂੰ ਵੀ ਮਹੀਨਾ ਮਿਲਦਾ ਜਾਂਦਾ, ਹਫ਼ਤਾ ਮਿਲਦਾ ਜਾਂਦਾ, ਜਾਂ ਜੋ ਵੀ ਉਹਨਾਂ ਦਾ ਸਿਸਟਮ ਹੈਗਾ ਵਾ ਉਹਨਾਂ ਨੂੰ ਮਿਲਦਾ ਜਾਂਦਾ ਵਾ। ਇਸ ਕਰਕੇ ਇਹ ਤੇ ਕੋਈ ਦ੍ਰਿੜ ਇਰਾਦੇ ਵਾਲਾ, ਜਿਸ ਤਰ੍ਹਾਂ ਭਗਵੰਤ ਮਾਨ ਨੇ ਹੁਣ ਕਿਹਾ ਕਿ ਮੈਂ ਅਗਲੀ 15 ਅਗਸਤ ਤੱਕ, ਸਾਲ ਬੜਾ ਹੁੰਦਾ, ਸਾਲ ਥੋੜਾ ਨਹੀਂ, ਹਾਂ ਜੇ ਉਹਦੀ ਨੇਕ ਨੀਅਤ ਹੋਵੇ, ਜੇ ਉਹਦਾ ਇਰਾਦਾ ਪੱਕਾ ਹੋਵੇ, ਦ੍ਰਿੜ ਇਰਾਦਾ ਹੋਵੇ ਤੇ ਇਹ ਗੱਲ ਕੋਈ ਮੁਸ਼ਕਿਲ ਵੀ ਨਹੀਂ ਹੈਗੀ। ਇਹਦੇ 'ਚ ਅਨਕਿਤਾ ਵੀ ਹੈਗਾ ਨਾ, ਨਾਲ ਨਸ਼ਾ ਖਤਮ ਕਰਨਾ ਹੀ ਇਕੱਲੀ ਸਮੱਸਿਆ ਨਹੀਂ ਹੈਗੀ, ਜਿਹੜੇ ਨਸ਼ਾ ਕਰ ਰਹੇ ਉਹਨਾਂ ਨੂੰ ਸੰਭਾਲਣਾ ਵੀ ਪਏਗਾ ਕਿ ਮੌਤਾਂ ਨਾ ਹੋਣ। ਨਸ਼ੇ ਦੀ ਥੋੜ ਦੇ ਕਾਰਨ ਉਹਨਾਂ ਦਾ ਕੋਈ ਅਲਟਰਨੇਟ ਜਿਹੜਾ ਲੱਭਿਆ ਜਾਵੇ। ਇਹਦੇ ਵਾਸਤੇ ਮੈਂ ਨਾ ਸਰਕਾਰੀ ਪੱਧਰ ਤੇ ਜਿਹੜੇ ਨਸ਼ਾ ਛਡਾਊ ਕੇਂਦਰ ਹਨ ਉਹ ਹੋਣ ਚਾਹੀਦੇ। ਜਿਹੜੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਆ ਨਾ ਉਹ ਤੇ ਬੜੀ ਛਿੱਲ ਲਾਉਂਦੇ ਆ। ਹਾਂਜੀ, ਉਹ ਉੱਥੋਂ ਕੋਈ ਬਹੁਤੀ ਸਫਲਤਾ ਵੀ ਲੋਕੀ ਹਾਸਲ ਕਰਕੇ ਨਹੀਂ ਆ ਰਹੇ। ਇਸ ਕਰਕੇ ਮੈਂ ਨਾ ਧਾਰਮਿਕ ਅਦਾਰੇ ਵੀ ਇਹ ਕੰਮ ਚਾਹੁਣ, ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਹਸਪਤਾਲ ਆ, ਹਾਂਜੀ ਇਹ ਆਉਣ, ਜਾਂ ਜਿਹੜੇ ਸਾਡੇ ਸਨਾਤਨੀ ਧਰਮ ਦੇ ਹੈਗੇ ਆ ਸਾਡੇ ਧਾਰਮਿਕ ਅਦਾਰੇ ਉਹ ਅੱਗੇ ਆਉਣ, ਇਸ ਤਰ੍ਹਾਂ ਮੁਸਲਿਮ ਅਦਾਰੇ ਅੱਗੇ ਆਉਣ, ਉਹ ਸਾਰੇ ਹੀ ਆਪਣੇ ਇਹ ਕੇਂਦਰ ਖੋਲ੍ਹਣ। ਹੁਣ ਜਿਹੜੇ ਆਪਣੇ ਵਿਕਰਮਜੀਤ ਸਿੰਘ ਸਾਹਨੀ ਆ ਇਹਨਾਂ ਨੇ ਕੋਸ਼ਿਸ਼ ਕਰ ਰਹੇ ਆ ਕਿ ਇਹ ਵੀ ਜਿਹੜੇ ਆ ਇਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਆ ਵੀ ਆ ਜਿਹੜਾ ਵਿਵੇਕਾਨੰਦ ਜਿਹੜਾ ਨਸ਼ਾ ਛਡਾਊ ਕੇਂਦਰ ਆ ਉਹਨੂੰ ਉਹ ਸਪਾਂਸਰ ਕਰ ਰਹੇ ਆ। ਇਸੇ ਤਰ੍ਹਾਂ ਸਾਡੇ ਬੜੇ ਜਿਸ ਤਰ੍ਹਾਂ ਜੇਪੀਐਸ ਬੁਰਾਏ ਹੈਗੇ ਜਿਹੜੇ ਹੈਗੇ ਆ, ਐਸਪੀਐਸ ਬੁਰਾਏ ਸੌਰੀ, ਹਾਂਜੀ ਉਹ ਵੀ ਇਸ ਕੰਮ ਦੇ ਵਿੱਚ ਅੱਗੇ ਆ ਰਹੇ ਆ। ਧਾਰਮਿਕ ਸੰਸਥਾਵਾਂ ਅੱਗੇ ਆਉਣ, ਪਾਰਲੀਮੈਂਟ ਨੂੰ ਹਰੇਕ ਨੂੰ ਚਾਹੀਦਾ ਵਾ ਕਿ ਆਪਣੇ ਸਮਾਜਿਕ ਜਿਹੜੇ ਸਮਾਜ ਸੇਵੀ ਸੰਸਥਾਵਾਂ ਜਿੰਨੇ ਜੋਗੀਆਂ ਹੈਗੀਆਂ ਵਾ ਉਹ ਵੀ ਇਸ ਕੰਮ 'ਚ ਅੱਗੇ ਆਉਣ ਤੇ ਉਹ ਏਡੇ ਵਧੀਆ ਨਸ਼ਾ ਛਡਾਊ ਕੇਂਦਰ ਖੋਲ੍ਹਣ ਵੀ ਜਿਹੜਾ ਉੱਥੇ ਬੰਦਾ ਦਾਖਲ ਹੋ ਜੇ ਉਹ ਨਸ਼ਾ ਛੱਡ ਕੇ ਹੀ ਜਾਵੇ ਤੇ ਇੱਕ ਉਹ ਸਫਲ ਜ਼ਿੰਦਗੀ ਤਾਂ ਕਿ ਬਤੀਤ ਕਰ ਸਕੇ। ਕਿਉਂਕਿ ਭੋਲੇਪਣ 'ਚ
ਉਹ ਇਹ ਨਸ਼ੇ ਜਿਹੜੇ ਲੋਕੀ ਲੱਗਦੇ ਆ ਨਾ, ਇਹ ਕੋਈ ਇੰਟੈਂਸ਼ਨਲੀ ਨਹੀਂ ਲੱਗਦੇ, ਇਹ ਭੋਲੇ ਭਾਲੇ ਲੱਗਦੇ। ਇੱਕ ਨੇ ਖਾਦਾ, ਦੂਜੇ ਨੇ ਖਾ ਲਿਆ, ਤੀਜੇ ਨੇ ਪੀ ਲਿਆ, ਚੌਥੇ ਨੇ ਟੀਕਾ ਲਾ ਲਿਆ, ਉਹ ਫਿਰ ਇੱਕ ਦੋ ਰਾਂ ਕਰਨ ਤੇ ਮੁੜ ਕੇ ਆਦੀ ਹੋ ਜਾਂਦੇ ਆ। ਇਸ ਕਰਕੇ ਉਹ ਜਿਹੜੀ ਸਾਡੀ ਕੀਮਤੀ ਜਵਾਨੀ ਆ, ਕੀਮਤੀ ਸਰਮਾਇਆ ਵਾ, ਇਸ ਨੂੰ ਬਚਾਉਣ ਵਾਸਤੇ ਇਕੱਲੀ ਸਰਕਾਰ ਹੀ ਨਹੀਂ, ਬਾਕੀ ادارے ਜਿਹੜੇ ਆ ਉਹ ਵੀ ਆਉਣ। ਤੇ ਜੇ ਕੋਈ ਬਾਹਰ ਦੇ ਸਾਡੇ ਭੈਣ ਭਰਾ ਇਸ ਕੰਮ ਦੇ ਵਿੱਚ ਕੋਈ ਸੰਸਥਾਵਾਂ ਖੋਲ੍ਹ ਸਕਦੇ ਆ, ਬੜੇ ਸਮਰੱਥ ਆ, ਉਹਨਾਂ ਨੂੰ ਵੀ ਚਾਹੀਦਾ ਵਾ ਕਿ ਉਹ ਇਸ ਮੁਹਿੰਮ ਦੇ ਵਿੱਚ ਤਗੜੇ ਹੋ ਕੇ ਹਿੱਸਾ ਪਾਉਣ। ਸਾਰੇ ਆਪਣੇ ਬੱਚੇ ਆ ਤੇ ਆਪਣਾ ਹੀ ਸਾਰਾ ਭਾਈਚਾਰਾ ਵਾ। ਆਪਣੇ ਭਾਈਚਾਰੇ ਨੂੰ ਬਚਾਉਣ ਵਾਸਤੇ ਸਾਨੂੰ ਆਪਣੇ ਸਾਧਨ ਜਿਹੜੇ ਆ ਉਹਨਾਂ ਦੀ ਜਿਹੜੀ ਖੁੱਲ੍ਹੇ ਦਿਲ ਦੇ ਨਾਲ ਉਹਨਾਂ ਦਾ ਦਾਨ ਕਰਨਾ ਚਾਹੀਦਾ ਵਾ, ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ। ਅਣਖੀ ਸਾਹਿਬ, ਲਾਲਚ ਵੀ ਜਿਹੜਾ ਆ ਉਹ ਬੜੀ ਵੱਡੀ ਬਿਮਾਰੀ ਬਣ ਜਾਂਦਾ, ਕਈ ਨਾ ਰਿਸ਼ਤਿਆਂ ਨੂੰ ਖਾ ਜਾਂਦਾ ਵਾ। ਇੱਕ ਘਟਨਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਸੁਣੀ ਕਿ ਇੱਕ ਪਿਓ ਪੁੱਤ ਤੋਂ ਪੈਸੇ ਖੋਹ ਲਏ ਗਏ 62 ਲੱਖ ਰੁਪਈਆ। ਬੜੀ ਸੁਣ ਕੇ ਜਿਹੜਾ ਆ ਚੰਬਾ ਲੱਗਾ ਕਿ ਬੜੀਆਂ ਲੁੱਟਾਂ ਖੋਹਾਂ ਵੱਧ ਗਈਆਂ। ਇੰਨਾ ਨਹੀਂ ਪਤਾ ਕਿ ਉਹ ਸਾਰਾ ਇੱਕ ਉਹਨਾਂ ਨੇ ਆਪਸ ਦੇ ਵਿੱਚ ਹੀ ਜਿਹੜੀ ਆ ਉਹ ਸਕੀਮ ਬਣਾ ਕੇ ਆਪਣੇ ਕਿਸੇ NRI ਰਿਸ਼ਤੇਦਾਰ ਦੇ ਪੈਸੇ ਜਿਹੜੇ ਆ ਉਹ ਹੜੱਪਣ ਦੀ ਕੋਸ਼ਿਸ਼ ਕੀਤੀ। ਅੱਜ ਦੀ ਅਖਬਾਰ ਦੇ ਵਿੱਚ ਪੁਲਿਸ ਨੇ ਸਾਰੀ ਵੈਰੀਫਿਕੇਸ਼ਨ ਕਰਕੇ ਉਸ ਚੀਜ਼ ਦਾ ਖੁਲਾਸਾ ਕੀਤਾ ਕਿ ਇਹਨਾਂ ਨੇ ਐਵੇਂ ਕਿਉਂ ਕੀਤਾ। ਸੋ ਇਹ ਵੀ ਜਿੱਥੇ ਅਸੀਂ ਨਸ਼ੇ ਦੀ ਗੱਲ ਕਰ ਰਹੇ ਹਾਂ, ਲਾਲਚ ਦਾ ਨਸ਼ਾ ਜਿਹੜਾ ਆ ਉਹ ਵੀ ਕਹਿ ਲਿਆ ਜਾਵੇ ਕਿ ਰਿਸ਼ਤਿਆਂ ਨੂੰ ਖਰਾਬ ਕਰ ਦਿੰਦਾ ਆ। ਕਈ ਵਾਰਾਂ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਆਪ ਤਿਆਰ ਕਰਕੇ ਕਿ ਲੁੱਟ ਖੋਹ ਹੋ ਗਈ ਸਾਡੇ ਨਾਲ ਤੇ ਪੈਸੇ ਜਿਹੜੇ ਹੜੱਪਣ ਦੀ ਕੋਸ਼ਿਸ਼ ਹੁੰਦੀ ਤੇ ਐਤਬਾਰ ਖਤਮ ਹੋ ਰਿਹਾ ਲਗਾਤਾਰ। ਜਿਹੜਾ ਆ ਉਹ ਗੱਲ ਕਰ ਲਈ ਜਾਵੇ ਕਿ ਕੋਈ ਵਿਦੇਸ਼ 'ਚ ਬੈਠਾ ਆ ਤਾਂ ਉਹ ਕਿਸੇ ਰਿਸ਼ਤੇਦਾਰ ਨੂੰ ਹੀ ਕਹੂਗਾ ਕਿ ਮੇਰਾ ਫਲਾਣਾ ਕੰਮ ਕਰ ਦੇ। ਐਵੇਂ ਜਿਹੜਾ ਵਿਸ਼ਵਾਸ ਆ, ਐਤਬਾਰ ਆ, ਉਹ ਕਿਤੇ ਨਾ ਕਿਤੇ ਉਸ ਨੂੰ ਵੀ ਜਿਹੜੀ ਠੇਸ ਆ ਉਹ ਲੱਗ ਰਹੀ ਹੈ। ਗਿੱਲ ਸਾਹਿਬ, ਕਿਸੇ ਬੰਦੇ ਦਾ ਵਿਸ਼ਵਾਸ ਟੁੱਟਣਾ ਨਾ, ਇਹ ਇੱਕ ਬੜੀ ਹੀ ਮਾਰੂ ਕਹਿ ਸਕਦੇ ਆ ਘਟਨਾ ਹੁੰਦੀ ਹੈ। ਜਿਹੜੇ 5 ਵਿਕਾਰਾਂ ਤੋਂ ਬਚਣ ਵਾਸਤੇ ਮਨੁੱਖ ਨੂੰ ਸਾਰਿਆਂ ਧਰਮਾਂ ਨੇ ਸਿੱਖਿਆ ਦਿੱਤੀ ਆ, ਧਾਰਮਿਕ ਅੱਗੋਂ ਸਿੱਖੀ ਦਿੱਤੀ ਆ, ਉਹਦੇ ਵਿੱਚ ਲੋਭ ਲਾਲਚ ਵੀ ਹੈਗਾ ਵਾ। 5 ਵਿਕਾਰਾਂ ਦੇ ਵਿੱਚ ਲੋਭ ਲਾਲਚ ਵੀ ਹੈਗਾ ਵਾ ਵੀ ਇਸ ਤੋਂ ਮਨੁੱਖ ਨੂੰ ਜੇ ਬੰਦਾ ਬਾਜੇ ਤਾਂ ਉਹ ਇਹ ਜਿਹੜਾ ਸਾਡਾ ਮਨੁੱਖੀ ਜੀਵਨ ਦਾ ਭਾਵ ਸਾਗਰ ਆ ਉਸ ਤੋਂ ਬੜੀ ਸਫਲਤਾ ਦੇ ਨਾਲ, ਇੱਜ਼ਤ ਮਾਣ ਦੇ ਨਾਲ ਜਿਹੜਾ ਵਾ ਉਹ ਪਾਰ ਉਤਾਰਾ ਹੋ ਸਕਦਾ ਵਾ। ਪਰ ਇਹ ਮਾਇਆ ਐਸੀ ਨਾਗਣੀ ਆ ਭਈ ਇਹਦੇ ਡੰਗ ਤੋਂ ਕੋਈ ਟਾਵਾਂ ਬੰਦਾ ਵਿਰਲਾ ਹੀ ਬੰਦਾ ਵੱਜਦਾ ਵਾ, ਕੋਈ ਜਿਹੜੇ ਇਰਾਦੇ ਵਾਲਾ ਵੱਜਦਾ ਵਾ, ਕੋਈ ਚੰਗੀ ਸੋਚ ਵਾਲਾ ਵੱਜਦਾ ਵਾ, ਨਹੀਂ ਤੇ ਇਹਦੀ ਚਮਕ ਇੰਨੀ ਜ਼ਿਆਦੀ ਤਿੱਖੀ ਹੁੰਦੀ ਆ ਕਿ ਬੰਦੇ ਨੂੰ ਅੰਨ੍ਹਿਆ ਕਰ ਦਿੰਦੀ ਆ। ਬਿਲਕੁਲ। ਹੁਣ ਇਹ ਜਿਹੜੀ ਤੁਸੀਂ ਘਟਨਾ ਦੱਸੀ ਆ, ਇਹ ਪਿੰਡ ਇਹ ਘਰਿੰਡੇ ਤੋਂ ਪੱਧਰੀ ਜਾਈਏ ਨਾ, ਤੇ ਰਸਤੇ ਦੇ ਵਿੱਚ ਇਹ ਘਰ ਆ, ਸ਼ਾਇਦ ਬਖਤਾਵਰ ਸਿੰਘ ਸ਼ਾਇਦ ਉਹਨਾਂ ਦਾ ਨਾਮ ਆ, ਜਿਨ੍ਹਾਂ ਨੇ ਇਹ ਕੰਮ ਕੀਤਾ ਵਾ। ਉਹਨਾਂ ਦਾ ਜਵਾਈ ਤੇ ਉਹਨਾਂ ਦਾ ਗਾਂ ਜਵਾਈ ਜਿਹੜਾ ਉੱਥੇ ਬਾਹਰ ਬੈਠਾ ਸੀ, ਉਹਨੇ ਕੋਈ ਜ਼ਮੀਨ ਵੇਚੀ। ਹੁਣ ਬਾਹਰਲੇ ਲੋਕ ਵੀ ਆਪਣੀ ਜ਼ਮੀਨਾਂ ਵੇਚਣ ਡਏ, ਇੱਥੇ ਵੈਸੇ ਵੀ ਉਧਰੋਂ ਪੈਸਾ ਖੜਨ ਡਿਆ ਆ। ਤੇ ਉਹ ਜ਼ਮੀਨ ਜਿਹੜਾ ਪੈਸਾ ਵਟਿਆ ਸੀ, ਉਹਨਾਂ ਨੇ ਅਤਬਾਰ ਕਰਕੇ, ਇਹ ਰਿਸ਼ਤਾ ਬੜਾ ਨਜ਼ਦੀਕੀ ਆ। ਹਾਂਜੀ, ਬੜਾ ਫਿਰ ਨਾਜ਼ੁਕ ਰਿਸ਼ਤਾ ਵਾ। ਹਾਂਜੀ, ਬੜਾ ਇੱਕ ਕਿਸਮ ਦਾ ਇਮੋਸ਼ਨਲ ਜਿਹਾ ਰਿਸ਼ਤਾ ਵਾ, ਜਿਸ ਵਿੱਚ ਹਰ ਇੱਕ ਦੀ ਧੀ ਭੈਣ ਜਿਹੜੀ ਆ ਉਹਦਾ ਭਵਿੱਖ ਜਿਹੜਾ ਨਾਲ ਜੁੜਿਆ ਵਾ। ਤੇ ਉਹਨਾਂ ਅਤਬਾਰ ਕਰਕੇ ਵੀ ਦੇ ਇਹਨਾਂ ਨੂੰ ਕਰਾਤੇ ਵੀ ਤੁਸੀਂ ਇਹ ਕਰ ਲਓ, ਮੁੜ ਕੇ ਜਦੋਂ ਅਸੀਂ ਕਿਤੇ ਇਨਵੈਸਟਮੈਂਟ ਕਰਨੀ ਹੋਊ ਜਾਂ ਡਾਲਰ ਬਣਾ ਕੇ ਬਾਹਰ ਖੜਨੇ ਹੋਗੇ ਜਾਂ ਜੋ ਵੀ ਕਰਨਾ ਹੋਊਗਾ ਉਹ ਅਸੀਂ ਕਰ ਲਾਂਗੇ। ਤੇ ਇਹਨਾਂ ਨੇ ਉਹ ਪੈਸਾ ਨੱਪਣ ਵਾਸਤੇ ਇੱਕ ਬੱਚਿਆਂ ਵਾਲੀ ਕਹਾਣੀ ਕੱਢ ਲਈ। ਵੇਖੋ ਜੀ, ਅਸੀਂ ਇਹ ਬੈਂਕ ਦੇ ਲੋਕਰ 'ਚ ਪੈਸੇ ਰੱਖੇ ਸੀ। ਮੈਂ ਅਜੇ ਤੱਕ ਐਡਾ ਲੋਕਰ ਨਹੀਂ ਵੇਖਿਆ ਜਿਸ ਵਿੱਚ 62 ਲੱਖ ਰੁਪਈਆ ਜਿਹੜਾ ਵਾ ਉਹ ਆ ਸਕਦਾ ਹੋਵੇ। ਹਾਂਜੀ, ਪਹਿਲੀ ਸਟੋਰੀ ਇਹ ਗਲਤ ਹੋ ਗਈ। ਅਸੀਂ ਲੋਕਰ 'ਚ ਪੈਸੇ ਰੱਖੇ, ਮੁੜ ਕੇ ਜੀ ਹਿਮਾਲ ਪਿੰਡ ਗਏ, ਉੱਥੋਂ ਮੁੜ ਕੇ ਇਹ ਸਾਨੂੰ 2 ਕਾਰਾਂ ਵਾਲੇ ਮਿਲ ਗਏ, ਉਹਨਾਂ ਸਾਨੂੰ ਬੰਦੂਕ ਦਿਖਾਤੀ, ਅਸੀਂ ਉਹਨਾਂ ਨੂੰ ਪੈਸੇ ਦੇ ਤੇ ਘਰ ਨੂੰ ਆ ਗਏ। ਹੁਣ ਗਿੱਲ ਸਾਹਿਬ, ਜਿਹੜਾ ਬੰਦਾ ਝੂਠਾ ਨਾ, ਝੂਠੇ ਦੇ ਪੈਰ ਨਹੀਂ ਹੁੰਦੇ। ਬਿਲਕੁਲ। ਝੂਠੇ ਦੀ ਸੁਰਤ ਨਹੀਂ ਕਾਇਮ ਹੁੰਦੀ, ਉਹਦੀ ਜ਼ੁਬਾਨ ਥੜਕਦੀ ਆ। ਤੇ ਸਾਡੇ ਪੁਲਿਸ ਅਫਸਰ ਜਿਹੜੇ ਆ ਨਾ, ਉਹ ਮਨੋਵਿਗਿਆਨਕ ਤੌਰ ਤੇ, ਸਾਈਕੋਲੋਜੀ ਤੌਰ ਤੇ ਅਗਲੇ ਦਾ ਚਿਹਰਾ ਪੜ੍ਹ ਲੈਂਦੇ ਆ। ਹੁਣ ਉਹਨਾਂ ਨੇ ਇਹ ਜਦੋਂ ਕਦੀ ਕੁਝ ਕਹਿਣ ਕਦੀ ਕੁਝ ਕਹਿਣ, ਹਾਂਜੀ, ਤੇ ਉਹਨਾਂ ਨੇ ਅਜੇ ਫੜ ਕੇ ਇਹਨਾਂ ਨੂੰ ਅੰਦਰ ਹੀ ਕੀਤਾ ਸੀ ਤੇ ਮੁੜ ਕੇ ਬੋਲ ਵੀ ਪਏ। ਅਜੇ ਜੁੱਤੀਆਂ ਵੱਜਣੀਆਂ ਸੀ, ਅਜੇ ਉਹਨਾਂ ਟੈਰੋਗੇਟ ਕਰਨਾ ਸੀ। ਹਾਂਜੀ, ਜੁੱਤੀਆਂ ਖਾਣੀਆਂ ਪੁਲਿਸ ਦੀਆਂ ਕਿਹੜੀਆਂ ਸੌਖੀਆਂ ਹੁੰਦੀਆਂ। ਹਾਂਜੀ, ਉਹ ਮੁੜ ਕੇ ਪਤਾ ਹੁੰਦਾ ਵਾ ਵੀ ਜੁੱਤੀਆਂ ਖਾ ਕੇ ਵੀ ਮੰਨਣਾ, ਤੇ ਚਲੋ ਸਿਆਣਪ ਕੀਤੀ ਵੀ ਪਹਿਲਾਂ ਮੰਨ ਗਏ ਤੇ ਫਿਰ ਰਿਸ਼ਤੇ ਦਾਗਦਾਰ ਕਰ ਦਿੱਤੇ।
ਨਮੋਸ਼ੀ ਇਹਦੇ ਨਾਲ ਜਿਹੜੀ ਜਿਹੜਾ ਆ। ਵਿਸ਼ਵਾਸ ਖਤਮ ਹੋ ਗਿਆ ਨਾ, ਵਿਸ਼ਵਾਸਘਾਤ ਹੋ ਗਿਆ ਹੈ। ਇਹਨਾਂ ਦੀ ਜਿਹੜੀ ਹੁਣ ਕੁੜੀ ਹੋਊਗੀ ਕਿਹੜੇ ਮੂੰਹ ਨਾਲ ਉੱਥੇ ਰਹੂਗੀ? ਇਹਨਾਂ ਨੇ ਆਪਣੀ ਇੱਜ਼ਤ ਨਹੀਂ ਖਰਾਬ ਕੀਤੀ, ਉਹਦਾ ਭਵਿੱਖ ਵੀ ਕੁੜੀ ਦਾ ਵੀ ਖਰਾਬ ਕਰ ਦਿੱਤਾ। ਹਾਂਜੀ, ਉਹਦੇ ਜਿਹੜੇ ਤਾਨੇ ਮਿਹਣੇ ਜਿਹੜੇ ਆ ਉਹ ਸਾਰੇ ਸੁਣਨੇ ਪੈਣਗੇ। ਤੇ ਪਰ ਉਹਦਾ ਵਿਚਾਰੀ ਦਾ ਕਸੂਰ ਕੀ ਆ? ਕਸੂਰ ਤੇ ਨਾ ਬੇਈਮਾਨਾਂ ਦਾ ਵਾ। ਮੱਥੇ ਲੱਗਣ ਜੋਗੇ ਨਹੀਂ ਰਹੇ, ਮੱਥੇ ਲੱਗਣ ਜੋਗੇ। ਮੈਂ ਨਾ ਪਿੰਡ 'ਚ ਇਹਨਾਂ ਦੇ ਕਿਸੇ ਨੇ ਤਬਾਰ ਨਹੀਂ ਕਰਨਾ। ਹੁਣ ਜਿਸ ਇਲਾਕੇ 'ਚ ਰਹਿੰਦੇ ਆ, ਕਿਸੇ ਪਿੰਡ 'ਚ ਜਾਂ ਪੱਧਰੀ ਦੇ ਹੋਣਗੇ ਜਾਂ ਘਰਿੰਡੇ ਦੇ ਹੋਣਗੇ, ਹਾਂਜੀ, ਉੱਥੇ ਕੋਈ ਤਬਾਰ ਕਰੂ ਇਹਨਾਂ ਤੇ? ਇਹਨਾਂ ਦੀ ਲੋਕਾਂ ਨੇ ਕੋਈ ਭੜੀ ਜਿਹੀ ਹੱਲ ਪਾ ਦੇਣੀ, ਵੇਖ ਲਿਓ। ਹਾਂਜੀ, ਪਿੰਡਾਂ ਵਿੱਚ ਜਿਸ ਤਰ੍ਹਾਂ ਹੱਲਾਂ ਪੈਂਦੀਆਂ, ਹਾਂਜੀ ਬਿਲਕੁਲ, ਹਾਂਜੀ, ਇਹਨਾਂ ਦੀ ਹੱਲ ਪੈ ਜਾਣੀ ਪੱਕੀ। ਤੇ ਮੁੜ ਕੇ ਇਹਨਾਂ ਨੂੰ ਹੋ ਸਕਦਾ ਮੁੜ ਕੇ ਇਲਾਕਾ ਛੱਡ ਕੇ ਕਿਤੇ ਹੋਰ ਇਲਾਕੇ 'ਚ ਜਾਣਾ ਪਵੇ। ਮਤਲਬ ਇਸ ਲਾਲਚ ਨੇ, ਇਸ ਲੋਭ ਦੀ ਜਿਹੜੀ ਭਾਵਨਾ ਇਹਨਾਂ ਦੇ ਮਨ 'ਚ ਪੈਦਾ ਹੋ ਗਈ, ਇਹਨਾਂ ਨੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਕੋਈ ਰੈਪੂਟੇਸ਼ਨ ਬਣਿਆ ਹੋਊਗਾ, ਜਿਹੜਾ ਵਕਾਰ ਬਣਿਆ ਹੋਊਗਾ, ਉਸ ਨੂੰ ਵੀ ਮਿੱਟੀ 'ਚ ਮਿਲਾਤਾ ਤੇ ਭਵਿੱਖ ਹੀ ਇਹਨਾਂ ਦਾ ਇਹਨਾਂ ਹਨੇਰਾ ਕਰ ਦਿੱਤਾ ਕਿ ਹੁਣ ਇਹ ਜਿੰਨਾ ਮਰਜ਼ੀ ਲੋਕਾਂ ਨਾਲ ਸੋਨੇ ਦੇ ਬਣ ਕੇ ਵਿਖਾਈ ਜਾਣ, ਕਿਸੇ ਨੇ ਇਹਨਾਂ ਦੇ ਪੰਜਾਂ ਪਿਆਰਿਆਂ ਦਾ ਤਬਾਰ ਨਹੀਂ ਕਰਨਾ। ਇਸੇ ਤਰ੍ਹਾਂ ਹੀ ਇੱਕ ਵੇਖੋ ਕਿੱਡੀ ਭੈੜੀ ਗੱਲ ਹੋਈ ਹੈ। ਪਿੰਡ ਆ ਰੈਸ਼ੀਆਣਾ, ਚੋਲਾ ਸਾਹਿਬ ਲਾਗੇ ਜੀ। ਉੱਥੇ ਇੱਕ ਗਰੀਬ ਪਰਿਵਾਰ ਹੀ ਆ। ਉਹਨਾਂ ਦੇ ਘਰ ਪਹਿਲਾਂ ਬੇਟੀ ਸੀ, ਮੁੜ ਕੇ ਲੜਕਾ ਪੈਦਾ ਹੋਇਆ 12-13 ਸਾਲਾਂ ਪਿੱਛੋਂ। ਉਹ ਲੜਕਾ ਮਤਲਬ ਵੀ ਆਪਣੇ ਬਹੁਤ ਸੋਹਣਾ, ਉਹਦੀ ਫੋਟੋ ਆਪਾਂ ਵੇਖੀ ਅਖਬਾਰ 'ਚ, ਟੀਵੀ ਦੀ ਵੇਖੀ ਆ, ਬੜੀ ਪਿਆਰੀ ਫੋਟੋ। ਉਹਦੇ ਬਾਪ ਨੇ ਵੀ ਉਸ ਨੂੰ ਸਿਰਫ ਇਸ ਲੋਕਾਂ ਦੀਆਂ ਗੱਲਾਂ ਜਾਣ ਕੇ ਕਤਲ ਕਰ ਦਿੱਤਾ ਕਿ ਇਹ ਤੇ ਮੁੰਡਾ ਤੇਰੇ ਵਰਗਾ ਹੈ ਹੀ ਨਹੀਂਗਾ। ਬਿਲਕੁਲ, ਇਹ ਮੁੰਡਾ ਤੇਰੇ ਵਰਗਾ ਹੈ ਹੀ ਨਹੀਂਗਾ। ਹੈ ਉਹਦੇ ਮਨ 'ਚ ਪਤਾ ਨਹੀਂ ਕੀ ਵਹਿਮ ਪਾਤਾ। ਉਹ ਪਾਪੀ ਨੇ ਇੱਕ 3 ਸਾਲ ਦੇ ਮਾਸੂਮ ਬੱਚੇ ਨੂੰ ਗਲ ਘੁੱਟ ਕੇ ਮਾਰ ਦਿੱਤਾ। ਜਦੋਂ ਇਹੋ ਜਿਹੀਆਂ ਗੱਲਾਂ ਸੁਣੀਦੀਆਂ ਵਾ ਤੇ ਫਿਰ ਮਨ ਕੰਬ ਜਾਂਦਾ ਵੀ ਯਾਰਾ ਹੱਦ ਹੋ ਗਈ ਆ। ਇੰਨਾ ਪਾਪ ਇਸ ਧਰਤੀ ਤੇ ਵੱਧ ਗਿਆ, ਇੰਨਾ ਜ਼ੁਲਮ ਇਸ ਧਰਤੀ ਤੇ ਵੱਧ ਗਿਆ। ਇਹ ਗੁਰੂਆਂ, ਪੀਰਾਂ, ਪੈਗੰਬਰਾਂ, ਸੰਤਾਂ, ਮਹੰਤਾਂ, ਹਾਂਜੀ, ਪੀਰਾਂ ਫਕੀਰਾਂ ਦੀ ਧਰਤੀ, ਹਾਂਜੀ, ਜਿੱਥੋਂ ਦੁਨੀਆ ਨੂੰ ਉਪਦੇਸ਼ ਮਿਲ ਰਿਹਾ ਵਾ ਮਾਨਵਤਾ ਦਾ, ਇੱਕ ਦੂਜੇ ਦੇ ਸਹਿਯੋਗ ਦਾ, ਉੱਥੇ ਬਾਪ ਹੀ ਆਪਣੇ ਬੱਚੇ ਦਾ ਵੈਰੀ ਬਣ ਗਿਆ। ਇਹੋ ਜਿਹੀਆਂ ਗੱਲਾਂ ਸੁਣ ਕੇ ਗਿੱਲ ਸਾਹਿਬ ਮਨ ਬੜਾ ਨਿਰਾਸ਼ ਹੁੰਦਾ ਵਾ। ਹਾਂਜੀ, ਤੇ ਆ ਜਦੋਂ ਹੁਣ ਤੇ ਅਖਬਾਰਾਂ ਪੜ੍ਹਨ ਨੂੰ ਜੀ ਨਹੀਂ ਕਰਦਾ ਵੀ ਪਤਾ ਨਹੀਂ ਅਖਬਾਰ 'ਤੇ ਕਿਹੜੀ ਭੈੜੀ ਖਬਰ ਲਿਖੀ ਹੋਣੀ, ਕਿਹੜੀ ਭੈੜੀ ਖਬਰ ਨਹੀਂ ਲਿਖੀ ਹੋਣੀ। ਬਿਲਕੁਲ ਸਹੀ ਆ ਜੀ। ਅਣਖੀ ਸਾਹਿਬ, ਬਲਜੀਤ ਸਿੰਘ ਦਾਦੂਵਾਲ ਹੋਰਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਇੱਕ ਲੇਡੀਜ਼ ਜਿਹੜੇ ਮੈਂਬਰ ਆ ਉਹ ਵੀ ਬੈਠੇ ਹੋਏ ਆ, ਪਰ ਲਗਾਤਾਰ ਇੱਕ ਦੂਜੇ ਨੂੰ ਤੂੰ ਮੈਂ ਦੇ ਨਾਲ ਗਾਲੀ ਗਲੋਚ ਤੱਕ ਵੀ ਉਤਰ ਆਉਂਦੇ ਆ। ਸੋ ਕਿਸੇ ਧਾਰਮਿਕ ਸ਼ਖਸੀਅਤ ਵਾਸਤੇ ਜਿਹੜੇ ਕਿ ਇੱਕ ਸੰਸਥਾ ਦੇ ਪ੍ਰਧਾਨ ਵੀ ਹੋਣ, ਉਹਦੇ ਵਾਸਤੇ ਅਜਿਹੀ ਹਰਕਤ ਕਰਨੀ ਜਾਂ ਅਜਿਹੀਆਂ ਗੱਲਾਂ ਬੋਲਣੀਆਂ ਕਰਨੀਆਂ ਜਿਹੜੀਆਂ ਆ ਉਹ ਸਹੀ ਨਹੀਂ ਲੱਗਦੀਆਂ ਵੀ, ਕਿਉਂਕਿ ਇਹਨਾਂ ਲੋਕਾਂ ਤੋਂ ਸੇਧ ਜਿਹੜੀ ਆ ਬਹੁਤ ਸਾਰੇ ਹੋਰ ਲੋਕਾਂ ਨੇ ਲੈਣੀ ਆ, ਪਰ ਐਵੇਂ ਦੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਤਾਂ ਬੜਾ ਮਨ ਨੂੰ ਦੁੱਖ ਹੁੰਦਾ। ਗਿੱਲ ਸਾਹਿਬ, ਇਹਨਾਂ ਲੋਕਾਂ ਨੇ ਚੋਲੇ ਪਾਏ ਹੁੰਦੇ ਧਰਮ ਦੇ ਜੀ, ਹਾਂਜੀ, ਤੇ ਆਪਣੇ ਆਪ ਨੂੰ ਸ਼ੋਅ ਕਰਦੇ ਆ। ਇਹਨਾਂ ਨੂੰ 4 ਗੱਲਾਂ ਵੀ ਆਉਂਦੀਆਂ ਹੁੰਦੀਆਂ, ਹਾਂਜੀ, ਇਹ ਉਹਨਾਂ ਗੱਲਾਂ ਦਾ ਖੱਟਿਆ ਹੀ ਖਾਂਦੇ ਆ। ਤੁਸੀਂ ਵੇਖ ਲਓ ਇਸ ਵੇਲੇ 95% ਜਿਹੜੇ ਪ੍ਰਚਾਰਕ ਆ ਨਾ, ਉਹ ਸਿਰਫ ਤੇ ਸਿਰਫ ਗੱਲਾਂ ਦਾ ਖੱਟਿਆ ਖਾਣ ਡਏ ਆ। ਉਹ ਬਾਣੀ ਦੀਆਂ ਗੱਲਾਂ ਕਰਕੇ, ਧਰਮ ਦੀਆਂ ਗੱਲਾਂ ਕਰਕੇ, ਅਧਿਆਤਮਕਵਾਦ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦੇ ਤੇ ਹੈਗੇ ਆ, ਪਰੰਤੂ ਆਪ ਉਹ ਪੂਰੇ ਦੇ ਪੂਰੇ ਮਾਨਸਿਕ ਤੌਰ ਤੇ ਕੋਰੇ ਹੁੰਦੇ ਆ। ਇਸੇ ਤਰ੍ਹਾਂ ਇਹ ਜਿਹੜਾ ਬਲਜੀਤ ਸਿੰਘ ਦਾਦੂਵਾਲ ਆ, ਹੈ, ਇਹ ਆਪਣੇ ਆਪ ਨੂੰ ਬੜਾ ਸ਼ੋਅ ਕਰਦਾ ਸੀ, ਮੈਂ ਬੜਾ ਵੱਡਾ ਪ੍ਰਚਾਰਕ ਆ, ਕਥਾ ਵੀ ਕਰਦਾ ਸੀ, ਇਹ ਕੀਰਤਨ ਵੀ ਕਰਦਾ ਚਿਮਟਿਆਂ ਨਾਲ, ਹਾਂਜੀ, ਤੇ ਪਰੰਤੂ ਇਹਦੇ ਮਨ 'ਚ ਲਾਲਸਾ ਸੀ ਕਿ ਇਹ ਜਿਹੜਾ ਮੇਰੇ 'ਤੇ ਹੁਨਰ ਆ, ਜਿਹੜਾ ਮੇਰੇ 'ਤੇ ਗੁਣ ਆ, ਇਸ ਨੂੰ ਕਿਸ ਤਰ੍ਹਾਂ ਕੈਸ਼ ਕੀਤਾ ਜਾਵੇ, ਇਹਦੇ ਨਾਲ ਕਿਸ ਤਰ੍ਹਾਂ ਚੌਧਰ ਜਿਹੜੀ ਆ ਉਹ ਇਹ ਹਾਸਲ ਕੀਤੀ ਜਾਵੇ, ਤੇ ਨਾਲ ਕਿਸ ਤਰ੍ਹਾਂ ਕਿਸੇ ਵੱਡੇ ਅਹੁਦੇ ਨੂੰ ਜਿਹੜਾ ਵਾ ਉਹ ਗ੍ਰੈਬ ਕੀਤਾ ਜਾਵੇ। ਅੱਛਾ, ਇਹਨਾਂ ਗੱਲਾਂ ਕਰਕੇ ਹੀ ਇਹਦੀ ਮਨ ਦੀ ਇੱਛਾ ਵੀ ਹੈਗੀ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ, ਮੈਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ। ਹਾਂਜੀ, ਜਦੋਂ ਇੱਧਰੋਂ ਦਾਲ ਨਹੀਂ ਗਲੀ ਤੇ ਮੁੜ ਕੇ ਹਰਿਆਣਾ ਕਮੇਟੀ ਚਲ ਗਿਆ, ਹਰਿਆਣਾ ਕਮੇਟੀ 'ਚ ਪ੍ਰਧਾਨ ਬਣ ਗਿਆ, ਪਰੰਤੂ ਜਿਹੜਾ ਖੱਟੜਿਆ, ਹਾਂਜੀ, ਉਹ ਵੀ ਬੜਾ ਖਤਰਾ ਵਾ। ਹਾਂਜੀ, ਉਹਨੇ ਵੇਖ ਲਿਆ ਵੀ ਇਹ ਜਿਹੜਾ ਬੰਦਾ ਵਾ, ਇਹ ਕੱਲ ਨੂੰ ਮੈਨੂੰ ਕਿਸੇ ਇਹ ਦੁਬਧਾ 'ਚ ਪਾ ਸਕਦਾ, ਕਿਸੇ ਇਮਤਿਹਾਨ 'ਚ ਪਾ ਸਕਦਾ। ਉਹਨੇ ਇਹਨੂੰ ਲਾ ਕੇ ਤੇ ਜਿਹੜਾ ਇੱਕ ਮਹੰਤ ਕਰਮਜੀਤ ਸਿੰਘ ਆ, ਉਹਨੂੰ ਬਣਾਤਾ। ਹੁਣ ਇਹਦੇ ਕੋਲ ਬਰਦਾਸ਼ਤ ਨਹੀਂ ਹੋਇਆ ਕਿ ਮੈਂ ਇੰਨਾ ਪ੍ਰਪੰਚ ਰਚਾਇਆ ਵਾ, ਇੰਨਾ ਆਪਣੀ ਖੇਡ ਰਚਾਈ ਆ, ਤੇ ਮੇਰੀ ਖੇਡ ਸਾਰੀ ਜਿਹੜੀ ਆ ਉਹ ਫੇਲ ਹੋ ਗਈ। ਉੱਥੇ ਗੁਰਦੁਆਰਾ ਪੰਜੋਖਰਾ ਸਾਹਿਬ ਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਯਾਦ ਵਿੱਚ ਆ, ਉਹ ਹਰਿਆਣੇ ਦੇ ਵਿੱਚ ਗੁਰਦੁਆਰਾ, ਉੱਥੇ ਇੱਕ
ਇਸ ਤਰ੍ਹਾਂ ਮੀਟਿੰਗ ਹੋਣ ਡਈ ਸੀ, ਉੱਥੇ ਇਹਨੂੰ ਸੱਦਿਆ ਵੀ ਨਹੀਂ ਸੀ ਜੀ, ਉੱਥੇ ਸੱਦਿਆ ਵੀ ਨਹੀਂ ਹੈਗਾ ਇਹਨੂੰ। ਹਾਂਜੀ, ਉੱਥੇ ਜੀ ਮੈਂ ਸਪੈਸ਼ਲ ਇਨਵਾਈਟੀ ਆ, ਇਹ ਬਣ ਕੇ ਉੱਥੇ ਚੱਲ ਗਿਆ। ਜੀ, ਉੱਥੇ ਸਿਰਫ ਗੱਲ ਹੋਣ ਡਈ ਸੀ ਕੀਰਤਨ ਦੀ ਵੀ ਜਿਹੜੇ ਆਹ ਕੀਰਤਨ ਆ ਇਹ ਚਿਮਟਿਆਂ ਨਾਲ ਕਰਦੇ ਆ, ਜਦੋਂ ਕਿ ਇਹਨਾਂ ਨੂੰ ਤੰਤੀ ਸਾਜ਼ਾਂ ਨਾਲ ਜਾਂ ਹਾਰਮੋਨੀਅਮ ਤਬਲੇ ਨਾਲ ਕਰਨਾ ਚਾਹੀਦਾ ਵਾ। ਇਸੇ ਨੇ ਇਤਰਾਜ਼ ਕੀਤਾ। ਉਹ ਦੂਸਰੇ ਬੰਦਿਆਂ ਨੇ ਕਿਹਾ ਵੀ ਤੂੰ ਤੇ ਆਪ ਚਿਮਟਿਆਂ ਨੇ ਕੀਰਤਨ ਕਰਦਾ ਵਾ। ਇਹ ਆਂਦਾ ਉਹ ਮੇਰਾ ਨਿੱਜੀ ਮਸਲਾ ਵਾ। ਹੈ ਉਹਦੇ ਨਿੱਜੀ ਮਸਲਾ ਤੇ ਸੋਸ਼ਲ ਮਸਲਾ ਵੱਖ ਕਿਸ ਤਰ੍ਹਾਂ ਹੋ ਗਏ। ਚਲੋ ਉਸ ਗਰਮਾ ਗਰਮੀ ਦੇ ਵਿੱਚ ਉੱਥੇ ਜਿਸ ਤਰ੍ਹਾਂ ਤੁਸੀਂ ਦੱਸਿਆ ਵਾ ਵੀ ਉੱਥੇ ਇੱਕ ਬੀਬੀ ਵੀ ਬੈਠੀ ਸੀ ਮੈਂਬਰ, ਇਹਨੇ ਇੱਕ ਬੜੀ ਭੈੜੀ ਨੰਗੀ ਗਾਲ ਉੱਥੇ ਕੱਢ ਦਿੱਤੀ, ਜਿਹਦੇ ਕਰਕੇ ਇਹਦੀ ਤੋਏ ਕੁੱਲ ਦੁਨੀਆ ਤੇ ਹੋ ਗਈ ਆ। ਹਾਂਜੀ, ਇਸ ਕਰਕੇ ਇਹਦੀ ਜਿਹੜੀ ਕਲੀ ਸੀ ਉਹ ਲੱਥ ਗਈ ਆ, ਇਹਦੀ ਅਸਲੀਅਤ ਪ੍ਰਗਟ ਹੋ ਗਈ ਆ ਕਿ ਵਿੱਚੋਂ ਬੰਦਾ ਕੀ ਆ, ਇਹਦੀ ਲਾਲਸਾ ਕੀ ਆ, ਇਹਦੀ ਲੋਚਾ ਕੀ ਆ, ਤੇ ਇਹ ਇਸ ਦਾ ਮੰਤਵ ਮੁੱਖ ਮਕਸਦ ਕੀ ਸੀ। ਹੁਣ ਉਸ ਗੱਲ ਕਰਕੇ ਇਹ ਸਮੁੱਚੇ ਖਾਲਸਾ ਪੰਥ ਜਿਹੜਾ ਵਾ ਹਰਿਆਣੇ ਦਾ ਵੀ ਤੇ ਪੰਜਾਬ ਦਾ ਵੀ ਉਹਦੇ ਇਹ ਮਨੋਂ ਲੱਥ ਗਿਆ ਵਾ। ਤੇ ਤਲਬ ਵੀ ਕੀਤਾ ਜਾ ਸਕਦਾ ਅਕਾਲ ਤਖਤ ਸਾਹਿਬ ਦੇ ਉੱਤੇ, ਕਰਨਾ ਚਾਹੀਦਾ, ਜਿਹੜੀਆਂ ਉਹ ਹੋ ਰਹੀਆਂ ਤਲਬ ਕਰਨਾ ਚਾਹੀਦਾ ਵਾ, ਤਾਂ ਕਿ ਇਹਨੂੰ ਸਬਕ ਤੇ ਮਿਲੇ ਕਮ ਸੇ ਕਮ। ਤੂੰ ਇੱਕ ਗੁਰਦੁਆਰਾ ਸਾਹਿਬ ਵਿੱਚ ਬਹਿ ਕੇ ਕਿਹੜੀ ਭਾਸ਼ਾ ਵਰਤਣ ਡਿਆ ਵਾ? ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਇਹਨਾਂ ਲੋਕਾਂ ਦੇ ਮਨ 'ਚ ਕੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਆ, ਕੀ ਇੱਜ਼ਤ ਹੈਗੀ ਇਹਨਾਂ ਦੇ ਮਨ 'ਚ, ਜਿਹੜੇ ਉਹਦੀ ਹਾਜ਼ਰੀ ਵਿੱਚ, ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਇਹੋ ਜਿਹੀਆਂ ਜਿਹੜੀਆਂ ਭੈੜੀ ਜ਼ਬਾਨ ਜਿਹੜੀ ਵਰਤਦੇ ਆ। ਇਸ ਕਰਕੇ ਇਸ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ, ਤਾਂ ਕਿ ਗਾਂਹ ਤੋਂ ਜੇ ਕੋਈ ਸਮਝਦਾਰ ਹੋਵੇ ਤੇ ਉਹਨੂੰ ਸਮਝ ਆ ਜਾਵੇ। ਤੇ ਵੈਸੇ ਜਿਹੜੇ ਮਾਇਆ ਦੇ ਲੋਭੀ, ਅਹੁਦਿਆਂ ਦੇ ਲੋਭੀ ਤੇ ਰੁਤਬਿਆਂ ਦੇ ਲੋਭੀ ਜਿਹੜੇ ਲੋਕ ਹੁੰਦੇ ਆ, ਇਹਨਾਂ ਦੀ ਸਮਝ ਤੇ ਬੜਾ ਪਰਦਾ ਪਿਆ ਹੁੰਦਾ ਵਾ। ਤੇ ਉਸ ਪਰਦੇ ਲਾਉਣ ਵਾਸਤੇ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਉਹਨਾਂ ਨੂੰ ਬੜਾ ਸਖਤ ਹੋਣਾ ਚਾਹੀਦਾ ਵਾ, ਤਾਂ ਕਿ ਇਹੋ ਜਿਹੀ ਜਿਹੜੀ ਘਟਨਾ ਵਾ ਉਸ ਨੂੰ ਗਾਂਹ ਤੋਂ ਕਰ ਲੱਗਾ ਅਗਲਾ 10 ਵਾਰ ਸੋਚੇ ਕੋਈ। ਜੀ ਬਿਲਕੁਲ। ਅਨਖੀ ਸਾਹਿਬ, 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੁੰਦਾ ਆ, ਪਾਕਿਸਤਾਨ ਬਣਦਾ ਆ, ਉਸ ਸਮੇਂ ਇੱਕ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਫੁੱਟ ਨਜ਼ਰ ਆਈ, ਇਸ ਤਰ੍ਹਾਂ ਦਾ ਰੌਲਾ ਇੱਕ ਲੋਕਾਂ ਦਾ ਨਜ਼ਰ ਆਇਆ, ਜਿਹੜਾ ਕਿ ਪਤਾ ਨਹੀਂ ਕਿਸ ਨੇ ਪਵਾ ਦਿੱਤਾ, ਤੇ ਬੜੀ ਵੱਢ ਟੁੱਕ ਜਿਹੜੀ ਹੋਈ। ਉਸ ਚੀਜ਼ ਨੂੰ ਜਿਹੜਾ ਆ ਉਹ ਚੇਤੇ ਕਰਦਿਆਂ ਜਿਨ੍ਹਾਂ ਲੋਕਾਂ ਦੀਆਂ ਜਾਨਾਂ ਗਈਆਂ, ਇੱਕ ਪਾਸੇ ਇਹ ਸੀਗਾ ਲੀਡਰ ਆਜ਼ਾਦੀ ਦਾ ਜਸ਼ਨ ਮਨਾ ਰਹੇ ਸੀ ਕਿ ਅਸੀਂ ਆਜ਼ਾਦ ਹੋ ਗਏ ਹਾਂ, ਪਰ ਲੋਕਾਂ ਨੂੰ ਆਪਣੇ ਘਰ ਛੱਡ ਕੇ ਇੱਧਰ ਵਾਲਿਆਂ ਨੂੰ ਉੱਧਰ ਜਾਣਾ ਪਿਆ, ਉੱਧਰ ਵਾਲਿਆਂ ਨੂੰ ਇੱਧਰ ਆਉਣਾ ਪਿਆ, ਤੇ ਨਾਲ ਜਾਨਾਂ ਤੋਂ ਵੀ ਹੱਥ ਧੋਣੇ ਪਏ। ਉਹਨਾਂ ਦੀ ਯਾਦ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਕਿ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਇਸ ਵੇਲੇ, ਉਹਨਾਂ ਦੇ ਵੱਲੋਂ ਸਮੁੱਚੀਆਂ ਜਥੇਬੰਦੀਆਂ ਨੂੰ ਕਿਹਾ ਗਿਆ ਕਿ ਇਕੱਤਰ ਹੋ ਕੇ ਆਓ, ਅਰਦਾਸ ਕਰੀਏ ਕਰਤਾਰਪੁਰ ਕੋਰੀਡੋਰ ਸਰਹੱਦ ਦੇ ਉੱਤੇ ਉਹਨਾਂ ਲੋਕਾਂ ਦੀ ਜਿਹੜੀ ਜਾਨ ਗਈ ਸੀ ਉਸ ਸਮੇਂ, ਉਸ ਸਬੰਧ ਦੇ ਵਿੱਚ। ਸੋ ਕੱਲ੍ਹ ਇੱਕ ਅਰਦਾਸ ਵੀ ਜਿਹੜੀ ਆ ਉਹ ਕੀਤੀ ਗਈ ਆ। ਸੋ ਤੁਸੀਂ ਕਿਵੇਂ ਦੇਖਦੇ ਹੋ? ਗਿੱਲ ਸਾਹਿਬ, ਮੈਂ ਤੇ ਖੁਦ ਆਪਣੀ ਬੀਬੀ ਕੋਲੋਂ ਜੀ ਬਚਪਨ 'ਚ ਇਹੀ ਜਿਹੜੀਆਂ ਸੀ ਦੁੱਖਦਾਈ ਕਹਾਣੀਆਂ ਸੁਣਦਾ ਰਿਹਾ ਜੀ, ਕਿਉਂਕਿ ਮੇਰੇ ਨਾਨਕੇ ਜਿਹੜੇ ਸੀ ਨਾ, ਉਹ 1947 ਦੇ ਵੰਡ ਵੇਲੇ ਪਿੰਡ ਨਰਵੜ ਸੀ ਉਹਨਾਂ ਦਾ, ਉੱਥੋਂ ਮਾਈਗ੍ਰੇਟ ਹੋ ਕੇ ਇੱਥੇ ਆਏ ਸੀ ਵੈਸੇ। ਅੱਛਾ ਜੀ। ਚਲੋ ਉਹ ਹੁਣ ਆਪਾਂ ਸਟੋਰੀ ਛੱਡੀਏ ਤੇ ਆਪਾਂ ਬਹੁਤ ਸੁਣੀਆਂ ਵਾ ਵੀ ਉਸ ਵੇਲੇ 10 ਲੱਖ ਲੋਕ ਜਿਹੜੇ ਸੀ ਉਹਨਾਂ ਦਾ ਕਤਲ ਹੋਇਆ। ਹਾਂਜੀ। ਬੇਹਿਸਾਬ ਧੀਆਂ ਭੈਣਾਂ ਦੀ ਇੱਜ਼ਤ ਜਿਹੜੀ ਸੀ ਉਹ ਵੀਰਾਨ ਹੋਈ। ਹਾਂਜੀ। ਲੋਕੀ ਜਿਹੜੇ ਸੀ ਆਪਣੇ ਮਹਿਲ ਅਟਾਰੀਆਂ ਛੱਡ ਕੇ ਤੇ ਉਹਨਾਂ ਨੂੰ ਕੱਖਾਂ ਤੋਂ ਹੌਲੇ ਹੋ ਕੇ ਅਸਮਾਨ ਦੇ ਥੱਲੇ ਆਣ ਕੇ ਜਿਹੜਾ ਸੀ ਉਹ ਪਨਾਹਗੀਰ ਬਣ ਕੇ ਰਹਿਣਾ ਪਿਆ। ਉਹ ਜਿਹੜੀਆਂ ਕਹਾਣੀਆਂ ਸੀ ਉਹ ਅੱਜ ਵੀ ਇਹ ਪਾਗਲ ਹੋਏ ਮਨੁੱਖ ਦੇ ਕਹਾਣੀਆਂ ਦੱਸਦੀਆਂ ਵਾ ਜੀ। ਇਸ ਕਰਕੇ ਉਹ ਸਮਝ ਲੱਗੀ ਨਹੀਂ ਵੀ ਉਸ ਦੇ ਪਿੱਛੇ ਕੌਣ ਸੀ। ਹਾਲਾਂ ਤੱਕ ਇਹਦੀ ਜ਼ਿੰਮੇਵਾਰੀ ਨਹੀਂ ਫਿਕਸ ਹੋ ਸਕੀ। ਹਾਂਜੀ। ਵੀ ਉਹਦੇ ਪਿੱਛੇ ਅੰਗਰੇਜ਼ ਸੀ, ਉਹਦੇ ਪਿੱਛੇ ਕੋਈ ਹਿੰਦੁਸਤਾਨ ਦੀ ਲੀਡਰਸ਼ਿਪ ਸੀ, ਕੋਈ ਪੋਲੀਟੀਕਲ ਪਾਰਟੀ ਸੀ ਜਿਨ੍ਹਾਂ ਨੇ ਇੰਨਾ ਭਿਆਨਕ ਜਿਹੜਾ ਸੀ ਉਹ ਮਾਹੌਲ ਪੈਦਾ ਕਰ ਦਿੱਤਾ ਕਿ ਖੂਨ ਚਿੱਟੇ ਹੋ ਗਏ। ਇੱਕ ਦੂਜੇ ਦੇ ਮਗਰ ਤਲਵਾਰਾਂ ਲੈ ਕੇ ਬਿਨਾਂ ਲੋਕ ਜਿਹੜੇ ਸੀ ਉਹ ਤੁਰੇ ਫਿਰਦੇ ਸੀ, ਇਹੋ ਪਛਾਣ ਕਰਕੇ ਵੀ ਇਹ ਹਿੰਦੂ ਆ ਇਹਨੂੰ ਵੱਢ ਘੱਤਣਾ ਵਾ, ਇਹ ਸਿੱਖ ਆ ਇਹਨੂੰ ਵੱਢ ਘੱਤਣਾ ਵਾ, ਇਹ ਮੁਸਲਮਾਨ ਆ ਇਹਨੂੰ ਵੱਢ ਘੱਤਣਾ ਵਾ। ਉਸ ਵੇਲੇ ਜਿਹੜਾ ਜੜਾ ਵਾ ਮੇਰਾ ਖਿਆਲ ਹੈ ਦੁਨੀਆ ਦੇ ਇਤਿਹਾਸ ਵਿੱਚ ਇਹ ਨਿੰਦਣਯੋਗ ਆ। ਆਪਣੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਿਹੜਾ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਪਿਛਲੇ ਸਾਲ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਸੀ। ਉਹਨਾਂ ਨੇ ਪਿਛਲੇ ਸਾਲ ਪਹਿਲੀ ਅਰਦਾਸ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ। ਉਹਨਾਂ ਇਹ ਬੇਕਸੂਰ ਜਿਹੜੇ ਲੋਕ ਮਰ ਗਏ ਸੀ ਉਹਨਾਂ ਦੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ, ਉਹਨਾਂ ਦੀ ਰੂਹ
ਆਤਮਾ ਦੀ ਸ਼ਾਂਤੀ ਵਾਸਤੇ ਜੀ। ਤੇ ਇਸ ਸਾਕੇ ਨੂੰ ਹਮੇਸ਼ਾ ਯਾਦ ਰੱਖਣ ਵਾਸਤੇ ਵੀ ਤਾਂ ਇਹ ਜਿਹੜਾ ਭਿਆਨਕ ਸਾਕਾ ਵਾ ਇਹ ਲੋਕਾਂ ਵਾਸਤੇ ਕਿਸੇ ਸਬਕ ਦਾ ਕਾਰਨ ਬਣੇ ਜੀ। ਤੇ ਉਹਨਾਂ ਨੇ ਉਹ ਰੀਤ ਕਾਇਮ ਰੱਖਦਿਆਂ ਹੋਇਆਂ ਇਸ ਸਾਲ ਇਹ ਡੇਰਾ ਬਾਬਾ ਨਾਨਕ ਜਿਹੜਾ ਉੱਥੇ ਜਾ ਕੇ ਅਰਦਾਸ ਕੀਤੀ ਆ। ਅਸੀਂ ਇਹ ਸਿੱਖ ਚੈਨਲ ਵੱਲੋਂ ਤੇ ਅਸੀਂ ਅੰਮ੍ਰਿਤਸਰ ਦੇ ਵਾਸੀ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਵਰਾਂ ਦੀ ਇਸ ਜਿਹੜਾ ਉਪਰਾਲਾ ਵਾ ਇਹ ਉਦਮ ਆ ਜਿਹੜਾ ਉਹਨਾਂ ਨੇ ਨਵੇਕੜਾ ਇਹ ਕੰਮ ਸ਼ੁਰੂ ਕੀਤਾ ਵਾ ਇਹਦੀ ਭਰਪੂਰ ਸ਼ਬਦਾਂ 'ਚ ਸ਼ਲਾਘਾ ਕਰਦੇ ਆ। ਸਿਫਤਯੋਗ ਇਹਨਾਂ ਦਾ ਕੰਮ ਆ ਤਾਂ ਕਿ ਇਹ ਜਿਹੀਆਂ ਜਿਹੜੀਆਂ ਗੱਲਾਂ ਵਾ ਇਹ ਸਾਡੇ ਵਿੱਚ ਮਾਨਵੀ ਪਿਆਰ ਪੈਦਾ ਕਰਦੀਆਂ ਵਾ, ਹਮਦਰਦੀ ਪੈਦਾ ਕਰਦੀਆਂ ਵਾ, ਆਪਸੀ ਭਾਈਚਾਰਾ ਪੈਦਾ ਕਰਦੀਆਂ ਵਾ ਤੇ ਮਨੁੱਖਤਾ ਜਿਹੜੀ ਆ ਉਸ ਦੀ ਸਾਂਝ ਪੈਦਾ ਕਰਦੀਆਂ ਵਾ। ਹਰਪ੍ਰੀਤ ਸਿੰਘ ਵਰੀ ਜਿਹੜੇ ਆ ਸਾਡੇ ਸਤਿਕਾਰਯੋਗ ਜਥੇਦਾਰ ਇਸ ਵੇਲੇ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੇ, ਅਸੀਂ ਉਹਨਾਂ ਦੀ ਇਸ ਉਦਮ ਦੀ ਭਰਪੂਰ ਜਿਹੜੀ ਆ ਉਹ ਸਿਫਤ ਕਰਦੇ ਆ, ਸ਼ਲਾਘਾ ਕਰਦੇ ਆ, ਪ੍ਰਸ਼ੰਸਾ ਕਰਦੇ ਆ। ਅਣਖੀ ਸਾਹਿਬ ਗੱਲਾਂ ਤੇ ਹੋਰ ਵੀ ਸੀਗੀਆਂ ਕਰਨ ਵਾਸਤੇ ਅੰਮ੍ਰਿਤਸਰ ਦੇ ਬਾਰੇ 'ਚ ਕਰਨੀਆਂ ਸੀ, ਪਰ ਸਮਾਂ ਜਿਹੜਾ ਆਇਆ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ, ਖਬਰਾਂ ਦੇ ਉੱਤੇ ਚਰਚਾ ਕੀਤੀ, ਪੰਜਾਬ ਦੇ ਮੁੱਦਿਆਂ ਤੇ ਚਰਚਾ ਕੀਤੀ। ਸੋ ਤੁਹਾਡਾ ਬਹੁਤ ਧੰਨਵਾਦ ਕੀਤਾ ਜਾਂਦਾ ਸੋ ਸਿੱਖ ਚੈਨਲ ਦੇ ਵੱਲੋਂ, ਸਮੁੱਚੀ ਟੀਮ ਦੇ ਵੱਲੋਂ। ਸੋ ਅੱਜ ਦੇ ਬ੍ਰੇਕਫਾਸਟ ਸ਼ੋਅ ਦਾ ਸਮਾਂ ਜਿਹੜਾ ਹੈ ਉਹ ਇੱਥੇ ਸਮਾਪਤ ਹੁੰਦਾ ਹੈ। ਅਗਲੇ ਹਫਤੇ ਫਿਰ ਹੋਵਾਂਗੇ ਹਾਜ਼ਰ। ਅਣਖੀ ਸਾਹਿਬ ਦਾ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ, ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।